ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਕਾਗ ਗੁਸੁੰਡਤ ਆਦਰ ਕੀ ਸਰ। ਤਾਂ ਦਰਸੋ ਸੁਣੀਐ ਮਰਦਾਨਾ। ਧਰੂ ਪ੍ਰਹਿਲਾਦ ਵੱਡੇ ਜਨ ਦਤ ਸਿਉ। ਊਰਦ ਸੋਹਿਤ ਸੁੰਦਰ ਥਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਵੱਡੇ ਭਾਗ ਹਨ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ। ਐਸੀਆਂ ਅਜਮਤਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿੱਥੇ ਆਪ ਜੀਆਂ ਨੇ ਬੜੇ ਅਦਬ ਸਹਿਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਹਜ਼ੂਰ ਸਬਾਏਮਨ ਹੋ ਕੇ ਰੱਬੀ ਕੀਰਤੀ ਦਾ ਆਨੰਦ ਗੁਰਬਾਣੀ ਕੀਰਤਨ ਦੇ ਰਾਹੀਂ ਮਾਣਿਆ ਹੈ। ਉੱਥੇ ਹੀ ਹੁਣ ਸਮਾਂ ਹੈ ਗੁਰ ਇਤਿਹਾਸ ਦੀ ਵਿਚਾਰ ਦਾ। ਸਤਿਗੁਰਾਂ ਦੇ ਇਸ ਪਾਵਨ ਅਸਥਾਨ ਤੇ ਕੱਲ ਤਾਰਨ ਗੁਰੂ ਨਾਨਕ ਆਇਆ। ਐਸੀਆਂ ਅਜਮਤਾਂ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਚੱਲ ਰਿਹਾ ਹੈ। ਪ੍ਰਸੰਗ ਆਪ ਜੀਆਂ ਨੇ ਜੋ ਪਿਛਲੇ ਸਮੇਂ ਅੰਦਰ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜੋਗੀਆਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਹੈ, ਜੋ ਜੋਗੀਆਂ ਨੂੰ ਸੱਚ ਦਾ ਮਾਰਗ ਦਰਸਾਇਆ ਹੈ, ਉਸ ਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਪਰਬਤਾਂ ਤੇ ਜਾਣ ਦਾ ਕਾਰਨ ਇਹੀ ਸੀ ਕਿ ਇਹ ਜਿਹੜੇ ਜੋਗੀ ਲੋਕ ਸਨ, ਇੱਕ ਤੇ ਹੰਕਾਰੇ ਹੋਏ ਸਨ। ਇਹਨਾਂ ਦੇ ਅੰਦਰ ਆਪਣੀ ਅਜ਼ਮਤ ਦਾ, ਆਪਣੀਆਂ ਕਰਾਮਾਤਾਂ ਦਾ ਬਹੁਤ ਵੱਡਾ ਗਰੂਰ ਸੀ, ਹੰਕਾਰ ਸੀ, ਮਾਣ ਸੀ। ਇੱਕ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੇ ਅੰਦਰੋਂ ਗਰੂਰ ਨੂੰ, ਮਾਣ ਨੂੰ ਦੂਰ ਕਰਕੇ ਇਹਨਾਂ ਨੂੰ ਨਿਮਰਤਾ ਵਿੱਚ ਰਹਿ ਕੇ ਸੰਸਾਰ ਦਾ ਭਲਾ ਕਰਨ ਦਾ ਉਪਦੇਸ਼ ਦੇਣਾ ਸੀ। ਦੂਸਰਾ ਜਿਹੜਾ ਇਹਨਾਂ ਸੰਸਾਰ ਦੇ ਨਾਲੋਂ ਆਪਣਾ ਨਾਤਾ ਤੋੜਿਆ ਹੋਇਆ ਸੀ। ਭਾਈ ਇਹ ਸੰਸਾਰ ਪਰਮੇਸ਼ਰ ਨੇ ਸਾਜਿਆ ਹੈ। ਸਤਿਗੁਰਾਂ ਨੇ ਇਹਦੀ ਮਹਾਨਤਾ ਦੱਸੀ ਹੈ ਕਿ ਭਾਈ ਕੋਈ ਬਿਨਾਂ ਪਾਣੀ ਤੋਂ ਤਰਨਾ ਨਹੀਂ ਸਿੱਖ ਸਕਦਾ। ਇਸੇ ਤਰ੍ਹਾਂ ਜਿਹਨੇ ਰੱਬ ਨਾਲ ਮਿਲਾਪ ਕਰਨਾ ਹੈ, ਇਹ ਜੋ ਸੰਸਾਰ ਸਮੁੰਦਰ ਪਰਮੇਸ਼ਰ ਨੇ ਪੈਦਾ ਕੀਤਾ, ਇਹਦੇ ਵਿੱਚ ਰਹਿ ਕਰਕੇ ਹੀ ਪਰਮੇਸ਼ਰ ਨਾਲ ਮਿਲਿਆ ਜਾ ਸਕਦਾ ਹੈ। ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਦਾ ਉਪਦੇਸ਼ ਗੁਰਮਤਿ ਵਿੱਚ ਦਿੱਤਾ ਗਿਆ ਹੈ।
ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਜੋਗੀਆਂ ਦੇ, ਇਹਨਾਂ ਸਿੱਧਾਂ ਦੇ ਉਸ ਭਰਮ ਨੂੰ ਜਿਹੜਾ ਹੰਕਾਰ ਕਰਕੇ ਆਪਣੇ ਆਪ ਨੂੰ ਦੁਨੀਆ ਤੋਂ ਸ੍ਰੇਸ਼ਟ ਸਮਝ ਰਹੇ ਸਨ, ਦੂਜਾ ਇਹ ਮੰਨਦੇ ਸੀ ਕਿ ਸਾਡੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ, ਇਹ ਸਾਰੇ ਜਿਹੜੇ ਗੁਰੂਰ ਸੀ ਸਤਿਗੁਰੂ ਜੀ ਦੂਰ ਕਰ ਰਹੇ ਹਨ। ਗੋਰਖਨਾਥ ਵਾਰੀ ਵਾਰੀ ਆਪਣੇ ਸ਼ਾਗਿਰਦਾਂ ਨੂੰ, ਚੇਲਿਆਂ ਨੂੰ ਪਾਤਸ਼ਾਹ ਜੀ ਦੇ ਨਾਲ ਵਿਚਾਰ ਕਰਨ ਵਾਸਤੇ ਭੇਜਦਾ ਹੈ। ਵਿਚਾਰ ਕਰਨੀ ਕੋਈ ਮਾੜੀ ਗੱਲ ਨਹੀਂ। ਇੱਕ ਧਰਮ ਦਾ ਅਨੁਜਾਈ ਦੂਸਰੇ ਧਰਮ ਦੇ ਅਨੁਜਾਈ ਨਾਲ ਵਿਚਾਰ ਕਰ ਸਕਦਾ ਹੈ, ਪਰ ਵਿਚਾਰ ਦਾ ਮਕਸਦ ਜਿਹੜਾ ਜਾਣਕਾਰੀ ਹੋਵੇ ਉਹ ਵੱਖਰੀ ਗੱਲ ਹੈ। ਪਰ ਇਹਨਾਂ ਦਾ ਮਕਸਦ ਇਹ ਸੀ ਕਿਸੇ ਨਾ ਕਿਸੇ ਤਰ੍ਹਾਂ ਕਿਵੇਂ ਦਰਸ਼ਨ ਲੇਵੈ ਬਾਲਾ, ਕਿਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਯੋਗ ਮਤ ਨੂੰ ਧਾਰਨ ਕਰ ਲੈਣ ਔਰ ਸਾਡੇ ਇਸ ਪੰਥ ਨੂੰ ਚਾਰ ਚੰਨ ਲੱਗ ਜਾਣਗੇ, ਕਿਉਂਕਿ ਇਸ ਗੱਲ ਨੂੰ ਇਹ ਮੰਨ ਚੁੱਕੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਬੇਅੰਤ ਅਜ਼ਮਤਾਂ ਦੇ ਮਾਲਕ ਹਨ। ਪਰ ਫਿਰ ਵੀ ਵਾਰੀ ਵਾਰੀ ਵੱਖਰੇ ਵੱਖਰੇ ਜੋਗੀ ਜਿਹੜੇ ਕਸਮਾਂ ਖਾ ਕੇ ਆਉਂਦੇ ਨੇ, ਕੋਈ ਆਖਦਾ ਮੇਰੇ ਅੰਦਰ ਤਾਰੇ ਤੋੜਨ ਦੀ ਤਾਕਤ ਹੈ, ਕੋਈ ਆਖਦਾ ਮੇਰੇ ਕੋਲ ਇੰਨੀਆਂ ਕਰਾਮਾਤਾਂ ਨੇ, ਰਿੱਧੀਆਂ ਸਿੱਧੀਆਂ ਨੇ, ਇਹ ਗੁਰਖ ਗੁਰੂ ਜਾਂ ਤੇ ਮੈਂ ਉਹਨਾਂ ਨੂੰ ਪਿੱਛੇ ਵਾਪਸ ਮੋੜਾਂਗਾ ਜਾਂ ਤੁਹਾਡਾ ਚੇਲਾ ਬਣਾਵਾਂਗਾ, ਤੁਹਾਨੂੰ ਗੁਰੂ ਧਾਰਨ ਕਰਵਾਵਾਂਗਾ। ਇਹ ਗੱਲ ਆਖ ਕੇ ਸਤਿਗੁਰਾਂ ਦੇ ਕੋਲ ਆਉਂਦੇ ਨੇ। ਅੱਜ ਜੋ ਪ੍ਰਸੰਗ ਆਰੰਭ ਹੋਣਾ ਹੈ, ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੋਹਾ ਰੀਪਾ ਨੂੰ ਉਪਦੇਸ਼ ਦਿੱਤਾ ਸੀ, ਜਿਹਨੇ ਇਹ ਗੱਲ ਸਮਝੀ ਸੀ, ਲੋਹਾ ਰੀਪਾ ਹਰਖਿਓ ਬਹੁਤ ਜਾਣਿਓ ਸਫਲ ਸਰੀਰ, ਕਿ ਮੈਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸੁਣ ਕੇ ਮੇਰਾ ਇਹ ਤਨ ਵੀ ਸਫਲਾ ਹੋ ਗਿਆ, ਮੇਰਾ ਸਤਿਗੁਰਾਂ ਦੇ ਕੋਲ ਆਉਣਾ ਵੀ ਸਫਲਾ ਹੋ ਗਿਆ। ਪਰ ਉੱਥੇ ਹੀ ਅੱਜ ਭੰਗਰਨਾਥ ਜਿਹੜਾ ਹੈ, ਭੰਗਰ ਜੋਗੀ ਜਿਹੜਾ ਹੈ, ਇਹ ਬੜੀ ਖੁਣਸ ਖਾ ਕੇ, ਭਾਵ ਬੜੀ ਈਰਖਾ ਦੇ ਨਾਲ ਸਤਿਗੁਰਾਂ ਦੇ ਨਾਲ ਵਿਚਾਰ ਕਰਨ ਵਾਸਤੇ ਆਉਂਦਾ ਹੈ। ਔਰ ਇੱਥੋਂ ਤੱਕ ਕਿ ਜਿਹੜੀ ਬੋਲ ਦੀ ਭਾਸ਼ਾ, ਸੰਵਾਦ ਦੀ ਭਾਸ਼ਾ ਹੁੰਦੀ ਹੈ, ਗੋਸ਼ਟ ਦੀ ਭਾਸ਼ਾ ਹੁੰਦੀ ਹੈ, ਉਸ ਨੂੰ ਕਿਨਾਰੇ ਕਰਕੇ ਬੜੇ ਸਖਤ ਬੋਲਾਂ ਦੇ ਨਾਲ ਵੀ ਸਤਿਗੁਰਾਂ ਨੂੰ ਸੰਬੋਧਨ ਕਰਦਾ ਹੈ, ਜਿਨ੍ਹਾਂ ਨੂੰ ਦੇਖ ਕੇ ਭਾਈ ਮਰਦਾਨਾ ਜੀ ਕਈ ਵਾਰੀ ਗੁੱਸੇ ਵਿੱਚ ਵੀ ਆ ਜਾਂਦੇ ਨੇ ਕਿ ਇਹ ਪਾਤਸ਼ਾਹ, ਅਸੀਂ ਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਹਾਂ, ਫਿਰ ਇਹ ਵਾਰ-ਵਾਰ ਆ ਕੇ ਸਾਡੇ ਤੇ ਆਪਣਾ ਹੰਕਾਰ ਕਿਉਂ ਜਤਾਉਂਦੇ ਨੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ, ਮਰਦਾਨੇ, ਇੱਥੇ ਜਿਹੜੀ ਜੰਗ ਹੈ ਉਹ ਤਲਵਾਰ ਦੀ ਨਹੀਂ, ਸ਼ਸਤਰ ਦੀ ਨਹੀਂ, ਹਥਿਆਰ ਦੀ ਨਹੀਂ ਹੈ। ਇੱਥੇ ਜਿਹੜੀ ਜੰਗ ਦਾ ਮੂਲ ਆਧਾਰ ਜਿਹੜਾ ਹੈ ਉਹ ਵਿਚਾਰ ਹੈ। ਇਹ ਵਿਚਾਰ ਦੇ ਨਾਲ ਜੰਗ ਜਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਉਪਦੇਸ਼ ਕਰਦੇ ਨੇ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰਵਣ ਕਰੀਏ। ਇੱਕ ਵਾਰ ਰਸਨਾ ਤੋਂ ਉਚਾਰਨ ਕਰੀਏ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਕਾਕ ਕਸੁੰਡ ਤੇ ਆਦ ਰਖੀਸਰ, ਤਾਂ ਦਰਸ ਸੁਣੀਏ ਮਰਦਾਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੋਹੇ ਰੀਪੇ ਨੂੰ ਉਪਦੇਸ਼ ਕਰਕੇ ਹੌਲੀ ਹੌਲੀ ਇਹਨਾਂ ਪਰਬਤਾਂ ਤੇ ਅੱਗੇ ਵੱਧ ਰਹੇ ਨੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਮਨੋਰਥ ਹੈ ਕਿ ਗੁਰਮੁਖ ਧਰਤੀ ਸਾਚੇ ਸਾਜੀ, ਜਾਂ ਜਿਹੜੀ ਮਨੁੱਖਤਾ ਪਰਮੇਸ਼ਰ ਦੇ ਨਾਲ ਵਿਛੋੜਾ ਬਣਿਆ ਹੋਇਆ, ਉਹਨਾਂ ਨੂੰ ਪਰਮੇਸ਼ਰ ਨਾਲ ਜੋੜਨਾ। ਜਿਨ੍ਹਾਂ ਨੂੰ ਸੋਝੀ ਆਈ ਹੈ ਉਹਨਾਂ ਦੇ ਅੰਦਰੋਂ ਹੰਕਾਰ ਨੂੰ ਦੂਰ ਕਰਕੇ ਸੰਸਾਰ ਦੇ ਭਲੇ ਵਿੱਚ ਲਾਉਣਾ।
ਇਹ ਪਾਤਸ਼ਾਹ ਮਹਾਰਾਜ ਜੀ ਨੇ ਕਾਰਜ ਕੀਤਾ ਹੈ। ਭਾਵੇਂ ਤੁਸੀਂ ਦੇਖੋ ਵੱਡੇ ਵੱਡੇ ਵਲੀ ਕੰਧਾਰੀ ਵਰਗੇ ਜਿਹੜੇ ਹੰਕਾਰੀ ਸੀ, ਉਹਨਾਂ ਦੇ ਹੰਕਾਰ ਨੂੰ ਤੋੜਿਆ। ਇਸੇ ਤਰ੍ਹਾਂ ਹੋਰ ਬੜੇ ਐਸੇ ਹੋਏ, ਸੱਜਣ ਵਰਗੇ, ਮਲਕ ਭਾਗੋ ਵਰਗੇ, ਕੌਡੇ ਭੀਲ ਵਰਗੇ, ਜਿਹੜੇ ਕਿ ਮਨੁੱਖਤਾ ਦਾ ਘਾਣ ਕਰਨ ਤੇ ਤੁੱਲੇ ਹੋਏ ਸਨ। ਸਤਿਗੁਰਾਂ ਦੀ ਇਸ ਮੱਤ ਨੇ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਐਸੇ ਗੁਰੂ ਤੋਂ ਵਾਰਨੇ ਬਲਹਾਰਨੇ ਹਾਂ ਭਾਈ। ਜਿਸ ਗੁਰੂ ਦੀ ਮੱਤ ਨੇ, ਜਿਸ ਗੁਰੂ ਦੇ ਉਪਦੇਸ਼ ਨੇ, ਜਿਸ ਗੁਰੂ ਦੀ ਸਿੱਖਿਆ ਨੇ, ਜਿਸ ਗੁਰੂ ਦੀ ਰੱਬੀ ਰਹਿਮਤ ਨੇ ਵੱਡੇ ਵੱਡੇ ਰਾਖਸਾਂ ਦਾ ਜੀਵਨ ਬਦਲ ਦਿੱਤਾ, ਵੱਡੇ ਵੱਡੇ ਹੰਕਾਰੀਆਂ ਦਾ ਜੀਵਨ ਬਦਲ ਦਿੱਤਾ, ਜਿਸ ਗੁਰੂ ਦੀ ਰਹਿਮਤ ਨੇ ਵੱਡੇ ਵੱਡੇ ਭਰਮਾਂ ਵਿੱਚ ਪਿਆ ਹੋਇਆਂ ਦਾ ਜੀਵਨ ਬਦਲ ਦਿੱਤਾ, ਜਿਹੜੇ ਲੋਕ ਊਚ ਨੀਚਤਾ ਆਪਸ ਵਿੱਚ ਨਫ਼ਰਤ ਦੇ ਵਿੱਚ ਪਏ ਹੋਏ ਸਨ, ਉਹਨਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ। ਉਹਨਾਂ ਨੂੰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਐਸੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਡੀ ਵੀ ਨਮਸਕਾਰ ਹੈ। ਕਿਤੇ ਸਤਿਗੁਰ ਜੀ ਸਾਨੂੰ ਵੀ ਭਰਮਾਂ ਵਿੱਚੋਂ, ਅਗਿਆਨਤਾ ਵਿੱਚੋਂ, ਦਿਖਾਵੇ ਦੇ ਕਰਮਾਂ ਵਿੱਚੋਂ, ਭੇਖਾਂ ਵਿੱਚੋਂ ਕੱਢ ਕੇ ਸਾਡੇ ਅੰਦਰ ਪ੍ਰੇਮਾ ਭਗਤੀ ਦੀ ਦਾਤ ਬਖਸ਼ਣ। ਸਾਡੇ ਅੰਦਰ ਵੀ ਇਹ ਦਾਤ ਮਿਲੇ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹ ਦੀ ਦਾਤ ਕਿਤੇ ਸਾਨੂੰ ਵੀ ਮਿਲ ਜਾਵੇ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਕਹਿੰਦੇ ਗੁਰੂ ਜੀ ਗਮ ਨੇ ਇਤ ਆਗੇ ਕੋ ਮੰਦ ਹੀ ਮੰਦ ਸੋ ਚਾਲ ਸੁਹਾਈ। ਪਾਤਸ਼ਾਹ ਜੀ ਇਹਨਾਂ ਸਥਾਨਾਂ ਤੇ ਇਹਨਾਂ ਸਿੱਧਾਂ ਨੂੰ, ਜੋਗੀਆਂ ਨੂੰ ਧਰਮ ਦੇ ਰਸਤੇ ਪਾਉਣ ਵਾਸਤੇ ਕਿ ਜਿਹੜੇ ਲੋਕ ਸੰਸਾਰ ਵਿੱਚ ਵਿਚਰ ਰਹੇ ਨੇ, ਤੁਹਾਨੂੰ ਉਹਨਾਂ ਦਾ ਭਲਾ ਕਰਨਾ ਚਾਹੀਦਾ ਸੀ, ਪਰ ਤੁਸੀਂ ਤੇ ਭਾਈ ਦਰਕਿਨਾਰਾ ਕੀਤਾ ਹੋਇਆ। ਆਪਾਂ ਦੇਖਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਨੇ ਇਹੋ ਜਿਹੇ ਰੱਬੀ ਪਿਆਰੇ ਪੈਦਾ ਕੀਤੇ। ਜਦੋਂ ਆਪਾਂ ਉਹਨਾਂ ਦਾ ਭਗਤੀ ਵਾਲਾ ਜੀਵਨ ਦੇਖਦੇ ਹਾਂ ਤੇ ਅੱਤ ਦਾ ਸਿਰਾ ਕਰਾ ਦਿੰਦੇ ਨੇ ਪਰਮੇਸ਼ਰ ਨਾਲ ਜੁੜ ਕੇ। ਬਾਬਾ ਦੀਪ ਸਿੰਘ ਜੀ ਵਰਗੇ ਸ਼ਹੀਦ, ਪਰ ਜੇ ਕਿਤੇ ਲੋੜ ਪੈਂਦੀ ਹੈ ਖੰਡਾ ਖੜਕਾਉਣ ਦੀ, ਇੰਨੀ ਵੱਡੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਉਹ ਕਾਰਜ ਕਰ ਦਿੰਦੇ ਨੇ ਜਿਹੜਾ ਨਾ ਅਜੇ ਕਦੇ ਹੋਇਆ ਤੇ ਨਾ ਹੀ ਹੋਵੇਗਾ। ਭਾਈ ਐਸੇ ਰੱਬੀ ਪਿਆਰੇ ਸਤਿਗੁਰਾਂ ਦੇ ਘਰ ਨੇ ਪੈਦਾ ਕੀਤੇ ਨੇ। ਮਤ ਕੋਈ ਭੁਲੇਖੇ ਵਿੱਚ ਰਹੇ, ਸਾਡੇ ਕੋਲ ਤਾਕਤ ਹੈ, ਸਾਡੇ ਕੋਲ ਬੜਾ ਗਰੂਰ ਹੈ। ਭਾਈ ਜੇ ਉਹ ਮਾਲਕ ਚਾਹੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭੇਖ ਨਾ ਪਾਏਂਦਾ ਰਾਹ ਵੀ ਦਰਸਾ ਸਕਦਾ ਹੈ। ਜੇ ਉਹ ਮਾਲਕ ਚਾਹੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ, ਸਵਾਹ ਦਾ ਸਿਧਾਂਤ ਵੀ ਵਰਤ ਸਕਦਾ ਹੈ। ਸੋ ਮਤਾਂ ਇਹਨਾਂ ਭੁਲੇਖਿਆਂ ਵਿੱਚ ਰਹਿਣਾ ਚਾਹੀਦਾ ਹੈ। ਭਾਈ ਇਹ ਪਾਤਸ਼ਾਹ ਜੀ ਦੀ ਅਜ਼ਮਤ ਹੈ, ਜਿਹਨੂੰ ਕਵੀ ਜੀ ਲਿਖਦੇ। ਭਾਈ ਮਰਦਾਨਾ ਜੀ ਪੁੱਛਦੇ ਸਤਿਗੁਰੂ ਜੀ ਇਹ ਕਿਹੜੀ ਜਗ੍ਹਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਡੇ ਵੱਡੇ ਰਿਸ਼ੀਆਂ ਦਾ, ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ, ਭਾਵੇਂ ਵੱਡੇ ਵੱਡੇ ਭਗਤ ਜਿਨ੍ਹਾਂ ਬਾਰੇ ਜ਼ਿਕਰ ਆਉਂਦਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਉਹਨਾਂ ਦੇ ਬਾਰੇ ਸਤਿਗੁਰੂ ਜੀ ਉਹਨਾਂ ਦੇ ਟਿਕਾਣਿਆਂ ਬਾਰੇ ਦੱਸਦੇ ਹਨ ਜੀ। ਧਰੂ ਪ੍ਰਹਲਾਦ ਵੱਡੇ ਜਨ ਤਤ ਸਿਓ, ਉਰਦ ਸੋਹਿਤ ਸੁੰਦਰ ਥਾਨਾ। ਦੇਖੋ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸੰਸਾਰ ਵਿੱਚ ਵੀ ਹੋ ਸਕਦੇ ਨੇ ਤੇ ਇਕਾਂਤ ਵਸ ਵੀ ਹੋ ਸਕਦੇ ਨੇ, ਪਰ ਆਪਾਂ ਦੇਖਦੇ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਉਹ ਸਮਾਜ ਵਿੱਚ ਵਿਚਰ ਕੇ ਜਿੱਥੇ ਮਨੁੱਖਤਾ ਨੂੰ ਧਰਮ ਦੇ ਰਸਤੇ ਪਾਇਆ, ਇਹ ਜਿਹੜਾ ਸਿਧਾਂਤ ਇਹ ਗੁਰਮਤਿ ਦਾ ਹੈ। ਗੁਰਮਤਿ ਆਖਦੀ ਹੈ ਜਿਸ ਸੰਸਾਰ ਵਿੱਚ ਰੱਬ ਨੇ ਸਾਨੂੰ ਭੇਜਿਆ, ਰੱਬ ਕੋਈ ਅਣਜਾਣ ਨਹੀਂ ਹੈ। ਰੱਬ ਜਿਹੜਾ ਸੁਗੜ ਸੁਜਾਨੀ ਹੈ, ਜਿਹਨੂੰ ਆਪਾਂ ਆਖਦੇ ਹਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਰੱਬ ਸਿਆਣਾ। ਜੇ ਰੱਬ ਨੇ ਸਾਨੂੰ ਸੰਸਾਰ ਵਿੱਚ ਭੇਜਿਆ, ਉਹਨੇ ਸਾਡਾ ਭਲਾ ਸੋਚ ਕੇ ਭੇਜਿਆ। ਅਸੀਂ ਆਪਣੀ ਮਤ ਅਨੁਸਾਰ ਸੰਸਾਰ ਤੋਂ ਕਿਨਾਰਾ ਨਾ ਕਰੀਏ, ਅਸੀਂ ਜੰਗਲਾਂ ਵਿੱਚ ਨਾ ਜਾ ਕੇ ਬੈਠ ਜਾਈਏ
ਜਿਨ੍ਹਾਂ ਨੂੰ ਰੱਬ ਨੇ ਜੰਗਲ ਵਿੱਚ ਪੈਦਾ ਕੀਤਾ ਉਹ ਜੰਗਲ ਵਿੱਚ ਰਹਿੰਦੇ ਨੇ। ਇਹ ਪਾਤਸ਼ਾਹ ਜੀ ਨੇ ਇਹ ਰੱਬ ਦੀ ਰਜ਼ਾ ਵਿੱਚ ਰਹਿਣਾ ਸਾਡਾ ਫਰਜ਼ ਬਣਦਾ ਹੈ ਕਿ ਜੇ ਰੱਬ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਧਰੂ ਪ੍ਰਹਲਾਦ ਵੱਡੇ ਜਨ ਦਤ ਸੋ ਊਰਦ ਸੋਹਤ ਸੁੰਦਰ ਥਾਨਾ। ਜਿੱਥੇ ਵੀ ਕਿਸੇ ਰੱਬੀ ਪਿਆਰੇ ਨੇ ਤਪ ਕੀਤਾ, ਬੰਦਗੀ ਕੀਤੀ ਹੈ, ਭਗਤੀ ਕੀਤੀ ਹੈ, ਭਾਈ ਉਹ ਜਗ੍ਹਾ ਜਿਹੜੀ ਹੈ ਪੂਜਣ ਯੋਗ ਬਣ ਜਾਂਦੀ ਹੈ। ਆਪਾਂ ਦੇਖਦੇ ਹਾਂ ਜਦੋਂ ਇਹਨਾਂ ਸਥਾਨਾਂ ਤੇ ਆਉਂਦੇ ਹਾਂ, ਇੱਥੇ ਵੱਡੇ ਵੱਡੇ ਸੰਸਦ ਭਵਨ ਨੇ, ਰਾਸ਼ਟਰਪਤੀ ਭਵਨ ਨੇ, ਪਰ ਉਹਨਾਂ ਨੂੰ ਕੋਈ ਮੱਥਾ ਨਹੀਂ ਟੇਕਦਾ। ਮੱਥਾ ਕਿੱਥੇ ਟੇਕਦੇ ਹਾਂ ਆਪਾਂ? ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਅਸ਼ਟਮ ਬਲਬੀਰਾ ਹੋਣ ਦਾ ਉਪਦੇਸ਼ ਦਿੱਤਾ ਸੀ, ਜਿੱਥੇ ਉਹਨਾਂ ਨੇ ਇੱਥੋਂ ਦੇ ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ। ਉਸ ਦਾਤੇ ਦੇ ਸਥਾਨ ਨੂੰ ਮੱਥਾ ਟੇਕਦੇ, ਉਸ ਪਾਤਸ਼ਾਹ ਦੇ ਸਥਾਨ ਨੂੰ ਮੱਥਾ ਟੇਕਦੇ ਜਿਨੇ ਦੂਸਰੇ ਦੇ ਧਰਮਾਂ ਵਾਸਤੇ ਆਪਣੀ ਸ਼ਹਾਦਤ ਦਿੱਤੀ। ਸਤਿਗੁਰਾਂ ਦੇ ਸਿੱਖਾਂ ਨੇ ਸ਼ਹਾਦਤ ਦਿੱਤੀ। ਜਿੱਥੇ ਉਹਨਾਂ ਦੇ ਧੜ ਦਾ ਸੰਸਕਾਰ ਹੋਇਆ, ਰਕਾਬਗੰਜ ਸਾਹਿਬ ਨੂੰ ਮੱਥਾ ਟੇਕਦੇ ਹਾਂ, ਸੀਸਗੰਜ ਸਾਹਿਬ ਨੂੰ ਮੱਥਾ ਟੇਕਦੇ ਹਾਂ। ਭਾਈ ਜਿੱਥੇ ਵੀ ਕਿਸੇ ਰੱਬੀ ਪਿਆਰੇ ਨੇ ਤਪ ਕੀਤਾ, ਭਗਤੀ ਕੀਤੀ ਹੈ, ਉਹ ਜਗ੍ਹਾ ਪਵਿੱਤਰ। ਕਹਿੰਦੇ ਸੋਹਤ ਸੁੰਦਰ ਥਾਨਾ। ਆਪਾਂ ਹੀ ਬਚਨ ਕਰਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਾ ਧਰਤੀ ਪਈ ਹਰਿਆਵਲੀ। ਭਾਈ ਉਹਦੇ ਧਰਤੀ ਵੀ ਹਰੀ ਭਰੀ ਭਾਗਾਂ ਵਾਲੀ ਹੋ ਜਾਂਦੀ ਜਿੱਥੇ ਸਤਿਗੁਰੂ ਜੀ ਵਿਚਰਦੇ ਹਨ ਜੀ। ਮੰਦੇ ਮੰਦ ਚਲੇ ਤਹਿ ਕੋ, ਮਨ ਸਿੱਧਣ ਕੇ ਬਹੁਤਾ ਅਬਮਾਨਾ। ਕਵੀ ਜੀ ਲਿਖਦੇ ਸਤਿਗੁਰੂ ਜੀ ਸਹਿਜ ਸਹਿਜ ਦੇ ਨਾਲ ਆਪਣੇ ਮਾਰਗ ਤੇ ਚੱਲ ਰਹੇ ਨੇ। ਭਾਵ ਜਿਸ ਮਨੋਰਥ ਵਾਸਤੇ, ਜਦੋਂ ਆਪਾਂ ਮਨੋਰਥ ਦੀ ਗੱਲ ਕਰਾਂਗੇ, ਕਲਗੀਧਰ ਪਿਤਾ ਮਹਾਰਾਜ ਜੀ ਨੇ ਵੀ ਆਪਣਾ ਮਨੋਰਥ ਸੰਸਾਰ ਵਿੱਚ ਸਪਸ਼ਟ ਕੀਤਾ ਸੀ ਕਿ ਅਸੀਂ ਕਿਉਂ ਆਏ ਹਾਂ। ਉਹ ਆਖਦੇ ਨੇ ਧਰਮ ਚਲਾਵਨ ਸੰਤੋ ਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸਾਡਾ ਮਨੋਰਥ ਇਹ ਹੈ ਕਿ ਅਸੀਂ ਦੁਨੀਆ ਨੂੰ ਕਬੁੱਧ ਕਰਨ ਤੋਂ, ਭੈੜੇ ਕਰਮ ਕਰਨ ਤੋਂ ਹਟਾਉਣ ਆਏ ਹਾਂ, ਤੇ ਅਸੀਂ ਧਰਮ ਚਲਾਵਨ ਸੰਤ ਉਭਾਰਨ। ਸਾਡਾ ਸਿਧਾਂਤ ਇਹ ਹੈ ਕਿ ਸਾਧ ਸਮੂਹ ਪ੍ਰਸੰਨ ਫਿਰੇ ਜਗ, ਕਿ ਰੱਬ ਦੇ ਪਿਆਰਿਆਂ ਤੇ ਕੋਈ ਜ਼ੁਲਮ ਨਾ ਕਰ ਸਕੇ। ਹੁਣ ਸਤਿਗੁਰੂ ਜੀ ਆਖਦੇ ਮੰਦੇ ਮੰਦ ਚਲੇ ਤਹਿ ਕੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਭਾਈ ਮਰਦਾਨਾ ਜੀ ਹੌਲੀ ਹੌਲੀ ਇਹਨਾਂ ਪਰਬਤਾਂ ਤੇ ਚੱਲਦੇ ਨੇ। ਕਿਉਂ ਚੱਲਦੇ ਨੇ? ਮਨ ਸਿੱਧਨ ਕੇ ਬਹੁਤਾ ਅਭਿਮਾਨਾ। ਕਿਉਂਕਿ ਸਿੱਧਾਂ ਦੇ, ਜੋਗੀਆਂ ਦੇ ਮਨਾਂ ਵਿੱਚ ਬੜਾ ਅਭਿਮਾਨ ਹੈ। ਜਦੋਂ ਆਪਾਂ ਸਤਿਗੁਰਾਂ ਦਾ ਜੀਵਨ ਪੜ੍ਹਦੇ ਹਾਂ, ਜਦੋਂ ਭਾਈ ਗੁਰਦਾਸ ਜੀ ਦੀ ਵਾਰਾਂ ਨੂੰ ਪੜ੍ਹੋਗੇ, ਉੱਥੇ ਸਤਿਗੁਰਾਂ ਦੀ ਇੱਕ ਯਾਤਰਾ ਦਾ ਜ਼ਿਕਰ ਆਉਂਦਾ ਮੁਲਤਾਨ ਦਾ, ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ। ਔਰ ਜਦੋਂ ਸਤਿਗੁਰੂ ਜੀ ਉੱਥੇ ਜਾਂਦੇ ਨੇ, ਇਹ ਸਿੱਧ ਜੋਗੀ ਕੀ ਕਰਦੇ ਨੇ? ਦੁੱਧ ਕਟੋਰਾ ਭਰ ਲੈ ਆਈ। ਉਹਨਾਂ ਨੇ ਦੁੱਧ ਦਾ ਕਟੋਰਾ ਭਰ ਕੇ ਲਿਆਂਦਾ। ਇਹ ਗੁਰੂ ਨੂੰ ਛਕਾਉਣ ਵਾਸਤੇ ਨਹੀਂ ਸੀ, ਇਸ ਗੱਲ ਦਾ ਪ੍ਰਤੀਕ ਸੀ ਕਿ ਇੱਥੇ ਤੇ ਪਹਿਲਾਂ ਹੀ ਬੜੇ ਸਾਧੂ ਸੰਤ ਨੇ, ਤੁਸੀਂ ਆਪਣਾ ਡੇਰਾ ਕਿਤੇ ਹੋਰ ਲਾ ਲਵੋ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਕਿ ਕਹਿੰਦੇ ਜਿਹੜੇ ਰੱਬੀ ਪਿਆਰੇ ਹੁੰਦੇ ਨੇ, ਉਸ ਦੁੱਧ ਦੇ ਵਿੱਚ ਚਮੇਲੀ ਪਾਉਣੀ, ਫੁੱਲ ਪਾਉਣਾ, ਇਸ ਗੱਲ ਦਾ ਪ੍ਰਤੀਕ ਸੀ ਕਿ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਫੇਰਾ ਲਾਉਂਦੇ ਨੇ, ਡੇਰਾ ਨਹੀਂ ਲਾਉਂਦੇ। ਉਹ ਤੇ ਰੱਬ ਦੀ ਗੁਣਾਂ ਦੀ, ਰੱਬ ਦੀ ਭਗਤੀ ਦੀ ਖੁਸ਼ਬੂ ਵੰਡਦੇ ਨੇ। ਉਹ ਤੇ ਇਹਨਾਂ ਫੁੱਲਾਂ ਦੀ ਨਿਆਈ ਹੁੰਦੇ ਨੇ। ਜਿਹੜਾ ਵੀ ਆਵੇ ਉਹਨਾਂ ਨੂੰ ਉਪਦੇਸ਼ ਦਿੱਤਾ। ਉਹ ਤੁਹਾਡੇ ਵਾਂਗ ਡੇਰੇ ਬਣਾ ਕੇ ਨਹੀਂ ਬੈਠਦੇ। ਉਹਨਾਂ ਦੇ ਹੰਕਾਰ ਨੂੰ ਸਤਿਗੁਰਾਂ ਨੇ ਇਸ ਰਮਜ ਦੇ ਰਾਹੀਂ ਤੋੜਨਾ ਕੀਤਾ ਸੀ। ਅੱਜ ਇੱਥੇ ਵੀ ਆਪਾਂ ਦੇਖਦੇ, ਸਿੱਧਨ ਕੇ ਬਹੁਤਾ ਅਭਿਮਾਨਾ। ਸਿੱਧਾਂ ਦੇ ਮਨ ਵਿੱਚ ਬੜਾ ਹੰਕਾਰ ਹੈ, ਬੜਾ ਗਰੂਰ ਹੈ ਕਿ ਸਾਡੀ ਉਮਰ ਵੱਡੀ, ਸਾਡੇ ਕੋਲ ਕਰਾਮਾਤੀ ਸ਼ਕਤੀਆਂ ਨੇ, ਅਸੀਂ ਜੋ ਚਾਹੀਏ ਬਣ ਸਕਦੇ ਹਾਂ, ਅਸੀਂ ਜੇ ਚਾਹੀਏ ਉੱਡਣਾ ਚਾਹੀਏ ਉੱਡ ਸਕਦੇ ਹਾਂ। ਇਹੋ ਜਿਹੀਆਂ ਸ਼ਕਤੀਆਂ ਨਾਲ ਭਰਪੂਰ ਇਹਨਾਂ ਦਾ ਗੁਮਾਨ ਮਨ ਵਿੱਚ ਕਰਕੇ ਬੈਠੇ ਨੇ। ਭਾਈ ਗੁਮਾਨ ਜਿਹੜਾ ਹੈ, ਗੁਰਮਤਿ ਨੇ ਕਿਸੇ ਤਰ੍ਹਾਂ ਦਾ ਵੀ ਪ੍ਰਵਾਨ ਨਹੀਂ ਕੀਤਾ। ਗੁਰਮਤਿ ਆਖਦੀ ਤੁਸੀਂ ਧਰਮ ਦਾ ਕਰਮ ਕਰਦੇ ਹੋ, ਉਹਦਾ ਵੀ ਕਦੇ ਮਨ ਵਿੱਚ ਗੁਮਾਨ ਨਹੀਂ ਕਰਨਾ, ਨਹੀਂ ਤੇ ਜਿਉਂ ਕੁੰਚਰ ਇਸ਼ਨਾਨ ਵਾਲੀ ਅਵਸਥਾ ਵਰਤ ਜਾਵੇਗੀ।
ਜਿਹੜੇ ਰੱਬ ਨਾਲ ਮਿਲਾਪ ਕਰਦੇ ਨੇ ਉਹ ਆਪਣੇ ਜੀਵਨ ਦੇ ਅੰਦਰੋਂ ਇਹਨਾਂ ਚੀਜ਼ਾਂ ਨੂੰ ਦੂਰ ਕਰਦੇ ਨੇ। ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਉਹਨਾਂ ਦਾ ਜੀਵਨ ਇਹੋ ਜਿਹਾ ਹੁੰਦਾ ਹੈ, ਉਹ ਹਉਮੈ ਨੂੰ ਹੰਕਾਰ ਨੂੰ ਤਿਆਗ ਦਿੰਦੇ ਨੇ। ਉਹ ਆਖਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕੈ ਰੀਸ। ਭਾਈ ਉਹ ਆਖਦੇ ਨੇ ਕਿ ਜਿੱਥੇ ਐਸਿਆਂ ਨੂੰ ਉਭਾਰਿਆ ਜਾਂਦਾ ਉੱਥੇ ਰੱਬੀ ਰਹਿਮਤ ਵਰਤਦੀ ਹੈ। ਸੋ ਕਵੀ ਜੀ ਲਿਖਦੇ ਮਨ ਸਿੱਧਨ ਕੇ ਬਹੁਤ ਅਭਿਮਾਨਾ ਸਿੱਧ ਜਿਹੜੇ ਨੇ ਇਹਨਾਂ ਦੇ ਮਨਾਂ ਅੰਦਰ ਵੱਡਾ ਹੰਕਾਰ ਭਰਿਆ ਹੈ ਜੀ। ਦੇਹ ਮਟਾਏ ਭਲੇ ਮਗ ਪਾਏ, ਬਖਾਨਤ ਤਾਂ ਛਿਨ ਜਾਉ ਗਤ ਦਾਨਾ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੀਆਂ ਗੋਸ਼ਟਾਂ ਕੀਤੀਆਂ, ਵਿਚਾਰਾਂ ਕੀਤੀਆਂ, ਇਹ ਕੋਈ ਨਿੱਕੀਆਂ ਜੰਗਾਂ ਨਹੀਂ ਸੀ। ਉਸ ਸਮੇਂ ਦੇ ਮੁੱਖ ਧਾਰਮਿਕ ਲੋਕਾਂ ਦੇ ਨਾਲ ਸਨ। ਕਹਿੰਦੇ ਦੇਹ ਮਿਟਾਏ ਭਲੇ ਮਗ ਪਾਏ। ਪਾਤਸ਼ਾਹ ਜੀ ਆਖਦੇ ਅਸੀਂ ਇਹਨਾਂ ਦੇ ਗੁਮਾਨ ਨੂੰ, ਅਸੀਂ ਇਹਨਾਂ ਦੇ ਹੰਕਾਰ ਨੂੰ ਮਿਟਾ ਦੇਣਾ ਹੈ। ਭਲੇ ਮਗ ਪਾਏ, ਭਲੇ ਦਾ ਅਰਥ ਹੁੰਦਾ ਚੰਗਾ ਮਾਰਗ। ਹੁਣ ਚੰਗਾ ਮਾਰਗ ਕਿਹੜਾ ਆ ਜਿਹਦਾ ਬਾਰ-ਬਾਰ ਜ਼ਿਕਰ ਆਉਂਦਾ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਧਰਮ ਦਾ ਮਾਰਗ ਜਿਹੜਾ ਆ ਭਾਈ, ਉਹ ਮਾਰਗ ਜਿਹੜਾ ਹੈ ਸਤਿਗੁਰੂ ਜੀ ਨੇ ਸੰਸਾਰ ਨੂੰ ਦਿੱਤਾ ਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਭਲਾ ਮਾਰਗ ਹੈ। ਸਤਿਗੁਰੂ ਜੀ ਕਹਿਣ ਲੱਗੇ ਅਸੀਂ ਇਹਨਾਂ ਦਾ ਮਾਣ ਮਿਟਾ ਦੇਣਾ ਹੈ। ਹੁਣ ਰੱਬ ਦਾ ਪਿਆਰਾ ਕਿਹੋ ਜਿਹਾ ਹੁੰਦਾ ਆ, ਕਦੇ ਅਸੀਂ ਇਹਦੀ ਡੈਫੀਨੇਸ਼ਨ ਗੁਰਬਾਣੀ ਵਿੱਚੋਂ ਪ੍ਰਾਪਤ ਕਰਨੀ ਹੋਵੇ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਕਹਿੰਦੇ ਰੱਬ ਦਾ ਭਗਤ ਕਿਹੋ ਜਿਹਾ ਹੁੰਦਾ ਹੈ, ਉਹਦੇ ਕੋਲ ਤਾਣ ਵੀ ਹੋਵੇ ਪਰ ਕਹਿੰਦੇ ਉਹ ਕਿਸੇ ਦੇ ਉੱਪਰ ਜ਼ੁਲਮ ਨਾ ਕਰੇ। ਜੇ ਉਹਦੇ ਕੋਲ ਬਲ ਹੈ, ਤਾਣ ਆ, ਉਹ ਕਿਸੇ ਨਾਲ ਧੱਕੇਸ਼ਾਹੀ ਨਾ ਕਰੇ। ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ, ਜੰਗਾਂ ਦਾ ਇਤਿਹਾਸ, ਸਾਰੀਆਂ ਜੰਗਾਂ ਦਾ ਇਤਿਹਾਸ ਪੜ੍ਹ ਲਓ, ਛੇਵੇਂ ਪਾਤਸ਼ਾਹ ਜੀ ਦੀਆਂ ਜੰਗਾਂ ਦਾ ਇਤਿਹਾਸ ਪੜ੍ਹ ਲਈਏ, ਧੰਨ ਸਤਿਗੁਰੂ ਜੀ ਕਿਸੇ ਵੀ ਇਲਾਕੇ ਤੇ, ਕਿਸੇ ਜਰਨੈਲ ਤੇ ਆਪ ਹਮਲਾਵਰ ਹੋ ਕੇ ਨਹੀਂ ਗਏ। ਉਹਨਾਂ ਨੇ ਉਹ ਜੰਗਾਂ ਲੜੀਆਂ ਜਿੱਥੇ ਹਾਕਮ ਚੜ੍ਹ ਕੇ ਆਇਆ, ਜਿੱਥੇ ਹਾਕਮ ਨੇ ਆ ਕੇ ਹਮਲਾ ਕੀਤਾ ਆ। ਛੇਵੇਂ ਪਾਤਸ਼ਾਹ ਦਾ ਪਹਿਲਾ ਜੰਗ ਜਿਹੜਾ ਆ, ਸਤਿਗੁਰੂ ਜੀ ਆਪਣੀ ਬੱਚੀ ਦੇ ਵਿਆਹ ਵਿੱਚ ਰੁੱਝੇ ਹੋਏ ਨੇ, ਉਧਰੋਂ ਹਮਲਾ ਕਰ ਦਿੰਦੇ ਨੇ, ਪਰ ਫਿਰ ਵੀ ਵਿਆਹ ਵੀ ਕਰਦੇ ਨੇ ਬੱਚੀ ਦਾ, ਪਰ ਉਸ ਹਮਲੇ ਦੀ ਜਿੱਤ ਵੀ ਪ੍ਰਾਪਤ ਕਰਦੇ ਨੇ ਉਹਨਾਂ ਤੇ। ਭਾਵ ਕਿ ਸਤਿਗੁਰੂ ਜੀ ਨੇ ਜੰਗਾਂ ਜਿਹੜੀਆਂ ਆਪ ਚੜ੍ਹ ਕੇ ਆਏ ਉਹਨਾਂ ਨੂੰ ਰੋਕਿਆ, ਉਹਨਾਂ ਨਾਲ ਲੜੀਆਂ ਨੇ, ਨਾ ਕਿ ਕਿਸੇ ਦੇ ਜਾ ਕੇ ਹਮਲਾ ਕੀਤਾ ਹੈ। ਭਾਈ ਸਤਿਗੁਰੂ ਜੀ ਕਵੀ ਜੀ ਲਿਖਦੇ ਦੇਹ ਮਿਟਾਏ ਭਲੇ ਮਗ ਪਾਏ, ਬਖਾਨਤ ਤਾਂ ਸਿਨ ਜੋ ਗਤ ਦਾਨਾ। ਕਹਿੰਦੇ ਭਲੇ ਮਾਰਗ ਤੇ ਪਾਉਣ ਵਾਸਤੇ ਆਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭੁੱਲਿਆ ਹੋਇਆਂ ਨੂੰ ਰਸਤੇ ਪਾਉਣ ਆਏ ਨੇ। ਉਹ ਸਤਿਗੁਰੂ ਜੀ ਜਿਨ੍ਹਾਂ ਨੇ ਉਸ ਸਮੇਂ ਦੇ ਭਾਵੇਂ ਰਾਜੇ ਹੋਣ, ਹਾਕਮ ਹੋਣ, ਭਾਵੇਂ ਸਮਾਜਿਕ ਲੋਕ ਹੋਣ, ਸਾਰੀਆਂ ਅਵਸਥਾਵਾਂ ਨੂੰ ਉੱਪਰ ਚੁੱਕਿਆ। ਰਾਜੇ ਦੇ ਗੁਣ ਦੱਸੇ ਨੇ ਕਿ ਜਿਹਨੇ ਰਾਜ ਕਰਨਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਪਾਤਸ਼ਾਹ ਨੇ ਉਦਾਹਰਨਾਂ ਦਿੱਤੀਆਂ ਨੇ। ਕਈ ਵਾਰੀ ਆਪਾਂ ਦੇਖਦੇ ਹਾਂ ਖੇਤ ਦੁਆਲੇ ਵਾੜ ਕੀਤੀ ਹੁੰਦੀ ਹੈ। ਹੁਣ ਕਦੇ ਉਹ ਵਾੜ ਹੀ ਖੇਤ ਨੂੰ ਖਾਣਾ ਸ਼ੁਰੂ ਕਰ ਦੇਵੇ ਤੇ ਖੇਤ ਦੀ ਰਾਖੀ ਕੌਣ ਕਰੇਗਾ? ਇਹ ਜਿਹੜੀ ਹਾਕਮ ਧਿਰ ਹੁੰਦੀ ਹੈ, ਇਹ ਇੱਕ ਦੇਸ਼ ਦੇ ਉੱਪਰ, ਪ੍ਰਜਾ ਦੇ ਉੱਪਰ ਵਾੜ ਹੁੰਦੀ ਹੈ। ਪਰ ਜੇ ਇਹ ਹਾਕਮ ਧਿਰ ਹੀ ਪ੍ਰਜਾ ਨੂੰ ਖਾਣਾ ਸ਼ੁਰੂ ਕਰ ਦੇਵੇ, ਉਹਨਾਂ ਦੇ ਹੱਕ ਖਾਣੇ ਸ਼ੁਰੂ ਕਰ ਦੇਵੇ, ਫਿਰ ਉਸ ਪ੍ਰਜਾ ਦਾ ਕੌਣ ਰਾਖਾ ਹੋ ਸਕਦਾ ਹੈ? ਭਾਈ ਸਤਿਗੁਰੂ ਜੀ ਭਲੇ ਮਗ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਆ ਕਿ ਭਾਈ ਭਲੇ ਮਗ ਪਾਏ, ਦੇਹ ਮਿਟਾਏ ਭਲੇ ਮਗ ਪਾਏ। ਇਸ ਸੋਹਣਾ ਮਾਰਗ ਸੰਸਾਰ ਨੂੰ ਦਿੱਤਾ ਹੈ। ਭਾਵ ਇਹ ਕਿ ਜੇ ਉਸ ਸਮੇਂ ਦੇ ਰਾਜਨੀਤਿਕ ਲੋਕ ਸੀ, ਉਹਨਾਂ ਨੂੰ ਆਖਿਆ ਤੁਹਾਡਾ ਫਰਜ਼ ਬਣਦਾ ਪ੍ਰਜਾ ਦਾ ਭਲਾ ਸੋਚਣਾ। ਜੇ ਸਮਾਜਿਕ ਲੋਕ ਸੀ,
ਉਹਨਾਂ ਦੀ ਅਵਸਥਾ ਕਿਵੇਂ ਬਦਲ ਦਿੱਤੀ ਸੀ। ਹੁਣ ਦਾਣੇ ਪਏ ਨੇ, 2 ਢੇਰ ਨੇ। ਸਤਿਗੁਰੂ ਜੀ ਜਾਂਦੇ ਨੇ, ਦੇਖਦੇ ਨੇ ਇੱਕ ਮਨੁੱਖ ਇੱਕ ਢੇਰ ਤੋਂ ਚੁੱਕਦਾ, ਦੂਸਰੇ ਤੇ ਪਾ ਰਿਹਾ। ਜਦੋਂ ਵਾਪਸ ਆਉਂਦੇ ਨੇ, ਦੂਸਰਾ ਚੁੱਕ ਕੇ ਦੂਸਰੇ ਤੇ ਪਾ ਰਿਹਾ। ਇਹ ਕਿਉਂ ਪਾ ਰਿਹਾ ਸੀ? ਜਦੋਂ ਪੁੱਛਿਆ, ਇੱਕ ਨੇ ਆਖਿਆ ਮੇਰੇ ਵੱਡਾ ਭਰਾ ਜਿਹੜਾ ਉਹਦੇ ਘਰ ਆਉਣਾ ਜਾਣਾ ਜ਼ਿਆਦਾ ਆ, ਪਰ ਇੱਥੇ ਸਾਡੀ ਵੰਡ ਬਰਾਬਰ ਦੀ ਹੈ। ਮੈਂ ਆਪਣੇ ਦਾਣੇ ਚੁੱਕ ਕੇ ਉਹਦੇ ਢੇਰ ਤੇ ਪਾ ਰਿਹਾ ਕਿ ਉਹਦੀ ਲੋੜ ਵੱਧ ਆ। ਪਰ ਜਦੋਂ ਵਾਪਸ ਆਏ, ਨਿੱਕੇ ਨੂੰ ਪੁੱਛਿਆ, ਵੱਡੇ ਨੂੰ ਪੁੱਛਿਆ, ਉਹਨੇ ਆਖਿਆ ਮੈਂ ਨਿੱਕੇ ਦੇ ਢੇਰ ਤੇ ਇਸ ਕਰਕੇ ਪਾ ਰਿਹਾ, ਉਹਦੇ ਬੱਚੇ ਨੇ, ਅਸੀਂ 2 ਜੀ ਆ, ਉਹਦਾ ਖਰਚਾ ਜ਼ਿਆਦਾ ਹੈ, ਇਸ ਕਰਕੇ ਮੈਂ ਆਪਣੇ ਦਾਣੇ ਚੁੱਕ ਕੇ ਉਹਦੇ ਢੇਰ ਤੇ ਪਾ ਰਿਹਾ। ਜੇ ਮੈਂ ਵੈਸੇ ਦੇਵਾਂ ਤੇ ਉਹ ਲਵੇਗਾ ਨਹੀਂ। ਭਾਈ, ਇਹ ਸਮਾਜਿਕ ਬਰਾਬਰਤਾ ਦਾ ਸਿਧਾਂਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿਖਾਇਆ। ਸੋ ਕਵੀ ਜੀ ਲਿਖਦੇ, ਸਤਿਗੁਰਾਂ ਨੇ ਇਹ ਭਲਾ ਮਾਰਗ ਜਿਹੜਾ ਸੰਸਾਰ ਨੂੰ ਦਿੱਤਾ। ਇਸ ਤਰ੍ਹਾਂ ਕਵੀ ਜੀ ਲਿਖਦੇ ਹਨ ਜੀ। ਭੰਗਰ ਸੋ ਆਏ ਮੁਖ ਬਚਨ ਅਲਾਏ, ਮਾਈ ਮੁੰਡੇ ਕਹਾਂ ਜਾਏ ਤੋਹੇ ਗਮਤਾ ਨਾ ਜਾਣ ਕੋ। ਹੁਣ ਜਿਹੜਾ ਭੰਗਰਨਾਥ ਜੋਗੀ ਹੈ, ਇਹ ਗੋਰਖਨਾਥ ਦੇ ਕੋਲੋਂ ਆਗਿਆ ਲੈ ਕੇ ਇਹਨੇ ਆਖਿਆ ਕਿ ਮੈਂ ਤੇ ਤਾਰੇ ਤੋੜ ਲਿਆ ਸਕਦਾ, ਇੰਨੀ ਸ਼ਕਤੀ ਹੈ, ਤੇ ਇਸ ਬਾਲੇ ਨੂੰ ਸਿੱਧੇ ਰਾਹ ਪਾਉਣਾ, ਤੁਹਾਡਾ ਚੇਲਾ ਬਣਾਉਣਾ, ਤੁਹਾਡੇ ਚਰਨੀ ਲਾਉਣਾ ਜਾਂ ਵਾਪਸ ਮੋੜਨਾ ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਭੰਗਰ ਸੋ ਆਏ ਮੁਖ ਬਚਨ ਅਲਾਏ। ਭੰਗਲ ਨੇ ਆਉਂਦਿਆਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਇਹ ਬਚਨ ਆਖੇ, ਮਾਈ ਮੁੰਡੇ ਕਹਾਂ ਜਾਏ ਤੋਹੇ ਗਮਤਾ ਨਾ ਜਾਣ ਕੋ। ਕਹਿੰਦੇ, ਐ ਮਾਈ ਮੁੰਡੇ, ਤੂੰ ਕਿੱਧਰ ਜਾ ਰਿਹਾ? ਤੈਨੂੰ ਰਸਤੇ ਦਾ ਪਤਾ ਨਹੀਂ, ਫਿਰ ਤੂੰ ਇਹ ਰਸਤਾ ਕਿਉਂ ਅਖਤਿਆਰ ਕੀਤਾ ਹੋਇਆ? ਬੜੇ ਸਖਤ ਲਫ਼ਜ਼ ਸਨ ਜਿਹੜੇ ਇਸ ਭੰਗਰਨਾਥ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਸਤੇ ਵਰਤੇ ਹਨ ਜੀ। ਆਗੇ ਦੁੱਖ ਪਾਏ ਜਹ ਪ੍ਰਾਣ ਕੋ ਗਵਾਏ, ਕੋ ਸਕੇ ਨਾ ਬਚਾਏ ਹੱਠ ਕੀਜੇ ਨਹਿ ਮਾਣ ਕੋ। ਇਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਗੱਲਾਂ ਕਰਨ ਦੇ 2 ਕਾਰਨ ਨੇ। ਇੱਕ ਤੇ ਉਮਰ ਕਰਕੇ ਲੰਬੀ ਉਮਰ ਆ, ਬੜੀ ਵੱਡੀ ਆਰਜੂ ਦੇ ਮਾਲਕ ਨੇ, ਕੁਝ ਰਿੱਧੀਆਂ ਸਿੱਧੀਆਂ ਨੇ, ਆਪਣੇ ਆਪ ਨੂੰ ਸੰਸਾਰ ਤੋਂ ਬੜਾ ਉੱਚਾ ਸਮਝਦੇ ਨੇ। ਫਿਰ ਆਖਦਾ ਹੈ, ਆਗੇ ਦੁੱਖ ਪਾਏ ਜਹ ਪ੍ਰਾਣ ਕੋ ਗਵਾਏ। ਕਹਿੰਦੇ, ਜੇ ਤੂੰ ਅੱਗੇ ਗਿਆ, ਅੱਗੇ ਜਾ ਕੇ ਕੀ ਹੋਵੇਗਾ? ਕਹਿੰਦੇ, ਤੂੰ ਆਪਣੇ ਪ੍ਰਾਣ ਗਵਾ ਬੈਠੇਗਾ। ਇਹ ਸੋਚਦੇ ਸੀ ਪਰਬਤਾਂ ਤੇ ਅਸੀਂ ਹੀ ਰਹਿ ਸਕਦੇ ਹਾਂ, ਕਿਉਂਕਿ ਇਹ ਲੰਬਾ ਸਮਾਂ ਇੱਥੇ ਰਹਿੰਦੇ ਨੇ। ਆਪਾਂ ਵੀ ਦੇਖਦੇ ਹਾਂ, ਇੱਕ ਇਲਾਕੇ ਤੋਂ ਦੂਸਰੇ ਇਲਾਕੇ ਵਿੱਚ ਜਾਣੇ ਬੜਾ ਔਖਾ ਹੁੰਦਾ ਹੈ। ਕਹਿੰਦੇ, ਪ੍ਰਾਣ ਕੋ ਗਵਾਏ, ਤੁਹਾਡੇ ਪ੍ਰਾਣ ਚਲੇ ਜਾਣਗੇ, ਕੋ ਸਕੇ ਨਾ ਬਚਾਏ, ਤੁਹਾਨੂੰ ਇੱਥੇ ਬਚਾਉਣ ਵਾਲਾ ਕੋਈ ਨਹੀਂ ਹੈ। ਇੱਥੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ। ਹੱਠ ਕੀਜੈ ਨਹਿ ਮਾਨ ਕੋ। ਕਹਿੰਦੇ, ਸਾਡੀ ਗੱਲ ਨੂੰ ਮੰਨੋ, ਝਗੜਾ ਛੱਡੋ ਤੇ ਹੱਠ ਨਾ ਕਰੋ ਇਸ ਪਾਸੇ ਜਾਣ ਦਾ। ਇਹ ਭੰਗਰਨਾਥ ਆਖਦਾ ਹੈ ਜੀ। ਆਗੇ ਚੱਲ ਬੇ ਕੀ ਚਾਹੇ ਗੋਰਖ ਕ ਗੁਰੂ ਕਹੋ, ਸੇਵਕ ਹੈ ਜਾਂ ਕੇ ਬਹੁ ਦੇਤ ਮਨ ਗਿਆਨ ਕੋ। ਕਹਿਣ ਲੱਗੇ, ਜੇ ਤੁਸੀਂ ਫਿਰ ਵੀ ਅੱਗੇ ਜਾਣਾ ਚਾਹੁੰਦੇ ਹੋ, ਜੇ ਤੁਹਾਡੇ ਮਨ ਵਿੱਚ ਅੱਗੇ ਜਾਣ ਦੀ ਚਾਹ ਹੈ, ਫਿਰ ਇੱਕੋ ਹੀ ਰਸਤਾ ਆ, ਇੱਕੋ ਹੀ ਗੱਲ ਹੈ। ਕਹਿੰਦੇ, ਉਹ ਕਿਹੜੀ? ਆਗੇ ਚਲਬੇ ਕੀ ਚਾਹੇ ਗੋਰਖ ਕੋ ਗੁਰੂ ਕਰੋ। ਕਹਿੰਦੇ, ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ, ਸਾਡੇ ਗੁਰੂ ਗੋਰਖ ਨੂੰ ਆਪਣਾ ਗੁਰੂ ਧਾਰਨ ਕਰੋ। ਸੇਵਕ ਹੈ ਜਾ ਕੇ ਬਹੁ ਦੇਤ ਮਨ ਗਿਆਨ ਕੋ। ਕਹਿੰਦੇ, ਉਹਨਾਂ ਦੇ ਸੇਵਕ ਬੜੇ ਨੇ। ਜਿਹੜਾ ਉਹਨਾਂ ਦਾ ਸੇਵਕ ਬਣ ਜਾਂਦਾ ਹੈ, ਉਹਦੇ ਅੰਦਰ ਇੰਨੀਆਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਆ ਜਾਂਦੀਆਂ ਨੇ। ਕਹਿਣ ਲੱਗੇ, ਉਹਨੂੰ ਇਹਨਾਂ ਰਸਤਿਆਂ ਤੋਂ ਨਾ ਡਰ ਲੱਗਦਾ ਹੈ, ਨਾ ਕੋਈ ਉਹਨੂੰ ਔਖ ਹੁੰਦੀ ਹੈ। ਇਸ ਤਰ੍ਹਾਂ ਦੇਤ ਮਨ ਗਿਆਨ ਕੋ। ਕਹਿੰਦੇ, ਗੋਰਖ ਸਾਡਾ ਜਿਹੜਾ ਗੁਰੂ ਹੈ, ਉਹਦੇ ਕੋਲ ਬੜਾ ਵੱਡਾ ਗਿਆਨ ਹੈ। ਇਸ ਤਰ੍ਹਾਂ ਆਪਣੇ ਗੁਰੂ ਦੀ ਵਡਿਆਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਦੱਸਦਾ ਹੈ ਜੀ। ਪਾਸ਼ੇ ਹਟ ਜਾਈਏ ਨਾ ਤੋ ਗੁਰੂ ਕਰ ਲਈਏ ਅਬ, ਦੋ ਮੈਂ ਏਕ ਕਹੀਏ ਜੇ ਤੂੰ ਚਾਹੇ ਨਿਜ ਪ੍ਰਾਣ ਕੋ। ਹੁਣ ਇਹ ਕਹਿਣ ਲੱਗਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੁਹਾਡੇ ਕੋਲ ਦੋ ਰਸਤੇ ਨੇ, ਉਹ ਦੋਨੋਂ ਰਸਤੇ ਦੱਸਦਾ। ਆਗੇ ਦੁੱਖ ਪਾਏ ਜਿਹਦੇ ਵਿੱਚ ਕਹਿੰਦਾ ਹੈ ਕਿ ਨਾ ਤੇ ਪਾਛੇ ਹਟ ਜਾਈਏ। ਪਹਿਲੀ ਗੱਲ ਤੇ ਇਹ ਹੈ, ਇਹ ਮਾਰਗ ਤਿਆਗ ਕੇ ਤੁਸੀਂ ਅੱਗੇ ਜਾਣ ਦਾ ਵਿਚਾਰ ਛੱਡ ਕੇ ਪਿੱਛੇ ਮੁੜ ਜਾਵੋ। ਜੇ ਪਿੱਛੇ ਨਹੀਂ ਮੁੜਨਾ ਨਾ ਤਾਂ ਗੁਰੂ ਕਰ ਲਈਏ ਅਬ, ਕਹਿੰਦੇ ਫਿਰ ਜੇ ਤੂੰ ਜ਼ਰੂਰੀ ਅੱਗੇ ਜਾਣਾ ਹੈ, ਗੋਰਖ ਨੂੰ ਗੁਰੂ ਧਾਰਨ ਕਰ ਲੈ। ਗੋਰਖ ਨੂੰ ਗੁਰੂ ਧਾਰਨ ਕਰਕੇ ਦੋ ਮੈਂ ਏਕ ਕੀਏ ਜੇ ਤੂੰ ਚਾਹੇ ਨਿਜ ਪ੍ਰਾਨ ਕੋ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਦੇ, ਜੇ ਤੁਸੀਂ ਆਪਣੇ ਪ੍ਰਾਣ ਬਚਾਉਣੇ ਚਾਹੁੰਦੇ ਹੋ, ਜੇ ਤੁਸੀਂ ਸਹੀ ਸਲਾਮਤ ਵਾਪਸ ਜਾਣਾ ਚਾਹੁੰਦੇ ਹੋ, ਇੱਥੇ ਵਿਚਰਨਾ ਚਾਹੁੰਦੇ ਹੋ, ਉਹਦਾ ਇੱਕੋ ਹੀ ਰਸਤਾ ਹੈ, ਗੋਰਖ ਨੂੰ ਗੁਰੂ ਧਾਰਨ ਕਰ ਲਵੋ। ਇਹ ਭੰਗਰ ਨਾਥ ਆਖਦਾ ਹੈ ਜੀ। ਮਨਸਾ ਹੈ ਮਾਹੀ ਤਾਂ ਕੋ ਮੁੰਡ ਹੈ ਮੁੰਡਾਈ, ਪੁੰਨ ਮਾਹੀ ਕੋ ਹੀ ਮਾਹੀ ਸੰਗ ਤੱਜਾ ਨਾ ਸੰਭਾਰਿਆ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਇਹਨੇ ਆ ਕੇ ਬਚਨ ਕੀਤੇ ਸੀ ਉਹਨਾਂ ਦਾ ਜਵਾਬ ਦਿੰਦੇ ਨੇ। ਉਹਨੇ ਆਖਿਆ ਸੀ, ਬਚਨ ਬੁਲਾਏ ਮਾਈ ਮੁੰਡੇ ਕਹਾਂ ਜਾਏ, ਤੋਹੇ ਗਮਤਾ ਨਾ ਜਾਣ ਕੋ। ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੀ ਤ੍ਰਿਸ਼ਨਾ ਰੂਪੀ ਮਾਈ ਹੈ, ਕਹਿੰਦੇ ਤ੍ਰਿਸ਼ਨਾ ਰੂਪੀ ਮਾਈ ਤਾਂ ਕੋ ਮੁੰਡ ਹੈ ਮੁੰਡਾਈ, ਅਸੀਂ ਉਹਨੂੰ ਮੰਨਿਆ, ਭਾਵ ਉਹਨੂੰ ਕਾਬੂ ਕੀਤਾ ਹੋਇਆ। ਪੁੰਨ ਮਾਈ ਹੂੰ ਕੀ ਮਾਈ ਸੰਗ ਤਜਾ, ਫਿਰ ਉਹਦੀ ਜਿਹੜੀ ਅਗਲੀ ਮਾਤਾ ਆ, ਤ੍ਰਿਸ਼ਨਾ ਦੀ ਮਾਂ ਜਿਹੜੀ ਹੈ ਉਹ ਮਾਇਆ ਆ, ਕਹਿੰਦੇ ਅਸੀਂ ਉਹਨੂੰ ਵੀ ਤਿਆਗਿਆ ਹੈ। ਨਾ ਸੰਭਾਲੀਏ, ਕਹਿੰਦੇ ਅਸੀਂ ਇਸ ਮਾਈ ਦੀ ਜਿਹੜੀ ਮਾਇਆ ਜਾਂ ਤ੍ਰਿਸ਼ਨਾ ਉਹਨੂੰ ਕਾਬੂ ਕੀਤਾ ਹੋਇਆ। ਅਸੀਂ ਮਾਇਆ ਨੂੰ ਸੰਭਾਲਦੇ ਨਹੀਂ, ਸਾਡੇ ਕੋਲ ਮਾਇਆ ਆਉਂਦੀ ਹੈ, ਅਸੀਂ ਦੁਨੀਆ ਦੇ ਭਲੇ ਵਾਸਤੇ ਲਾ ਦਿੰਨੇ। ਭਾਈ ਸਤਿਗੁਰਾਂ ਨੇ ਸਾਨੂੰ ਵੀ ਇਹੀ ਸਿਧਾਂਤ ਦਿੱਤਾ ਆ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਜਿਹੜੀ ਤੂੰ ਮਾਈ ਦੀ ਗੱਲ ਕਰਦਾ, ਅਸੀਂ ਤ੍ਰਿਸ਼ਨਾ ਰੂਪੀ ਮਾਈ ਨੂੰ ਪਹਿਲੋਂ ਹੀ ਕਾਬੂ ਕੀਤਾ ਹੋਇਆ। ਉਹਦੀ ਮਾਈ ਜਿਹੜੀ ਅੱਗੇ ਮਾਇਆ ਆ, ਕਹਿੰਦੇ ਉਹਦਾ ਸੰਗ ਤੱਜਿਆ ਹੋਇਆ। ਸਾਡੇ ਅੰਦਰ ਇਸ ਮਾਇਆ ਨੂੰ ਜੋੜਨ ਦੀ ਤਾਂਘ ਨਹੀਂ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਦੁਖ ਤਾਂ ਕੋ ਹੋਏ ਭੂਲੇ ਪੰਥ ਫੇਰੇ ਜੋਏ, ਮਾਨ ਤੁਮਰੇ ਕੋ ਖੋਏ ਲੇਹੂ ਮਾਰਗ ਨਿਹਾਰਿਆ। ਪਾਤਸ਼ਾਹ ਨੂੰ ਦੂਸਰੀ ਗੱਲ ਇਹਨੇ ਕਹੀ ਕਿ ਸਤਿਗੁਰੂ ਜੀ ਜੇ ਤੁਸੀਂ ਇਸ ਮਾਰਗ ਤੇ ਗਏ ਤੁਹਾਨੂੰ ਬੜਾ ਦੁੱਖ ਮਿਲੇਗਾ। ਪਾਤਸ਼ਾਹ ਕਹਿਣ ਲੱਗੇ, ਦੁੱਖ ਤਾਂ ਕੋ ਹੋਏ ਭੂਲੇ ਪੰਥ ਫਿਰੈ ਜੋਏ। ਦੁੱਖ ਕਿਹਨੂੰ ਹੁੰਦਾ ਆ? ਦੋ ਰਸਤੇ ਹੁੰਦੇ ਨੇ ਨਾ। ਇੱਕ ਰਸਤਾ ਹੁੰਦਾ ਸਿੱਧਾ ਜਾਣ ਦਾ, ਜਿਹੜਾ ਆਪਣੀ ਮੰਜ਼ਿਲ ਤੇ ਚੱਲਦਾ ਜਾਵੇ ਉਹ ਕਦੇ ਦੁਖੀ ਨਹੀਂ ਹੁੰਦਾ। ਪਰ ਜਿਹੜਾ ਜੰਗਲ ਵਾਲੇ ਰਸਤੇ ਪੈ ਜਾਵੇ, ਉੱਜੜ ਵਾਲੇ ਰਸਤੇ ਪੈ ਜਾਵੇ, ਉਹ ਦੁਖੀ ਹੁੰਦਾ ਆ। ਸਤਿਗੁਰੂ ਜੀ ਕਹਿਣ ਲੱਗੇ, ਇਹ ਭੰਗਰਨਾਥ ਅਸੀਂ ਸਿੱਧਾ ਰਸਤਾ ਅਪਣਾਇਆ ਹੋਇਆ, ਇਸ ਕਰਕੇ ਸਾਨੂੰ ਇਹ ਦੁੱਖ ਜਿਹੜੇ ਸਾਡੇ ਜੀਵਨ 'ਚ ਰੁਕਾਵਟ ਨਹੀਂ ਬਣ ਸਕਦੇ। ਪਰ ਤੁਸੀਂ ਸਿੱਧਾ ਰਸਤਾ ਨਹੀਂ ਅਪਣਾਇਆ। ਸਤਿਗੁਰੂ ਜੀ ਆਖਣ ਲੱਗੇ, ਦੁੱਖ ਤਾਂ ਕੋ ਹੋਏ ਭੁੱਲੇ ਪੰਥ ਫਿਰੈ ਜੋਏ। ਭਾਈ ਜਿਹੜਾ ਮਾਰਗ ਤੋਂ ਭੁੱਲਿਆ ਹੋਏਗਾ, ਦੁਖੀ ਤੇ ਉਹੀ ਹੋਏਗਾ ਨਾ, ਜਿਹੜਾ ਆਪਣੀ ਮੰਜ਼ਿਲ ਵੱਲ ਆਪਣੇ ਸਹੀ ਰਸਤੇ ਤੇ ਜਾ ਰਿਹਾ, ਉਹਨੂੰ ਕਦੇ ਦੁੱਖ ਨਹੀਂ ਹੋ ਸਕਦਾ। ਦੁਖੀ ਹਮੇਸ਼ਾ ਉਹ ਹੁੰਦਾ ਜਿਹੜਾ ਆਪਣਾ ਮਾਰਗ ਭੁੱਲ ਕੇ ਕੁਮਾਰਗ ਤੇ ਪੈ ਜਾਵੇ, ਜਾਂ ਇੰਜ ਕਹਿ ਲਈਏ ਜਿਹੜਾ ਮਨੁੱਖਾਂ ਦੀ ਮੱਤ ਪਿੱਛੇ ਲੱਗ ਜਾਵੇ। ਭਾਈ ਅਸੀਂ ਲੱਗਣਾ ਗੁਰੂ ਦੀ ਮੱਤ ਪਿੱਛੇ। ਜਨ ਨਾਨਕ ਕਉ ਗੁਰ ਇਹ ਮਤ ਦੇਨੀ, ਜਪ ਹਰਿ ਭਵਜਲ ਤਰਨਾ। ਅਸੀਂ ਗੁਰੂ ਦੀ ਮੱਤ ਲੈਣੀ, ਅਸੀਂ ਗੁਰੂ ਦੀ ਮੱਤ ਤੇ ਚੱਲਣਾ। ਕਹਿੰਦੇ ਭੁੱਲਿਆ ਤੇ ਤੂੰ ਫਿਰਦਾ ਹੈ। ਸਤਿਗੁਰੂ ਜੀ ਆਖਣ ਲੱਗੇ, ਮਾਨ ਤੁਮਰੇ ਕੋ ਖੋਏ ਲਿਉ ਮਾਰਗ ਨਿਹਾਰੀ ਹੈ। ਕਹਿੰਦੇ ਅਸੀਂ ਤੇ ਤੁਹਾਡਾ ਵੀ ਜਿਹੜਾ ਤੁਸੀਂ ਮਾਨ ਕਰਦੇ ਹੋ ਨਾ, ਇਹ ਮਾਨ ਤੁਹਾਡਾ ਵੀ ਦੂਰ ਕਰਨਾ ਆ। ਤੁਹਾਡਾ ਮਾਨ ਦੂਰ ਕਰਕੇ ਤੁਹਾਨੂੰ ਵੀ ਸਿੱਧੇ ਰਸਤੇ ਪਾਉਣਾ ਆ। ਹੁਣ ਸਿੱਧਾ ਰਸਤਾ ਕੀ ਹੈ? ਇਹ ਨਹੀਂ ਕਿ ਜੀਵਨ ਵਿੱਚ ਔਂਕੜਾਂ ਆਈਆਂ, ਮੁਸ਼ਕਲਾਂ ਆਈਆਂ,
ਅਸੀਂ ਆਖੀ ਅਸੀਂ ਹੁਣ ਧਰਮੀ ਬਣ ਜਾਣਾ, ਅਸੀਂ ਬਾਣਾ ਧਰਮੀ ਪਾ ਲਈਏ, ਜਾਂ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਬੈਠ ਜਾਈਏ, ਇਹ ਸਿੱਧਾ ਮਾਰਗ ਨਹੀਂ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਰੱਬ ਦੇ ਪਿਆਰੇ ਜਿਹੜੇ ਨੇ ਉਹ ਮੁਸ਼ਕਲਾਂ ਨੂੰ ਸਹਿੰਦੇ ਹੋਏ ਦੁਨੀਆ ਦੇ ਵਿੱਚ, ਦੁਨੀਆ ਦੇ ਦੁੱਖਾਂ ਸੁੱਖਾਂ ਦੇ ਵਿੱਚ ਨਿਕਲਦਿਆਂ ਵਿਚਰਦਿਆਂ ਆਪਣਾ ਮਕਸਦ, ਆਪਣੀ ਮੰਜ਼ਿਲ ਵੱਲ ਵੱਧਦੇ ਨੇ। ਕਹਿੰਦੇ ਅਸੀਂ ਤੇ ਤੁਹਾਨੂੰ ਵੀ ਸਿੱਧੇ ਰਸਤੇ ਪਾਉਣਾ ਹੈ। ਭੋਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸਾਡੇ ਦੇ ਵੱਡੇ ਭਾਗ ਨੇ ਭਾਈ, ਸਾਨੂੰ ਉਹ ਗੁਰੂ ਮਿਲਿਆ ਜਿਹੜਾ ਗੁਰੂ ਸਤਿਗੁਰ ਦਇਆ ਕਰੇ, ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਸਾਨੂੰ ਆਪ ਆਪਣੇ ਰਸਤੇ ਤੇ, ਸਿੱਧੇ ਰਸਤੇ ਤੇ ਪਾਉਣ ਵਾਲਾ ਗੁਰੂ ਮਿਲਿਆ ਭਾਈ। ਐਸੇ ਗੁਰੂ ਨੂੰ ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਅਸੀਂ ਕਿਹਨਾਂ ਦੇ ਮਗਰ ਲੱਗਦੇ? ਜਿਹੜੇ ਆਪ ਜੂਨਾਂ ਵਿੱਚ ਨੇ। ਅਸੀਂ ਉਹਨਾਂ ਦੀ ਜਦੋਂ ਮੱਤ ਧਾਰਨ ਕਰਦੇ ਜਿਹੜੇ ਆਪ ਜੂਨਾਂ ਵਿੱਚ ਨੇ ਭਾਈ, ਫਿਰ ਅਸੀਂ ਖੁਆਰ ਹੁੰਦੇ ਹਾਂ, ਦੁਖੀ ਹੁੰਦੇ ਹਾਂ। ਪਰ ਸਤਿਗੁਰੂ ਜੀ ਆਖਦੇ ਉਹਨਾਂ ਦੇ ਮਗਰ ਲੱਗੋ, ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਭਾਈ ਗੁਰੂ ਸਾਹਿਬ ਜੀ ਜਨਮ ਮਰਨ ਵਿੱਚ ਨਹੀਂ, ਉਹਦੇ ਪਰ ਉਪਕਾਰ ਵਾਸਤੇ ਆਏ ਨੇ, ਉਹ ਤੇ ਸਾਡੇ ਭਲੇ ਵਾਸਤੇ ਆਏ ਨੇ। ਐਸਾ ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਤੇ ਤੁਹਾਨੂੰ ਵੀ ਸਿੱਧੇ ਮਾਰਗ ਤੇ ਪਾਉਣਾ। ਭਾਈ ਜਿਹੜਾ ਰੱਬੀ ਪਿਆਰਾ ਹੁੰਦਾ ਆ ਨਾ, ਉਹ ਜਿਹੜਾ ਵੀ ਭੁੱਲਿਆ ਹੋਵੇਗਾ ਉਹਨੂੰ ਸਮਝਾਵੇਗਾ, ਪਰ ਜਿਹੜਾ ਅਜੇ ਆਪ ਭੁੱਲਿਆ ਉਹ ਆਖੇਗਾ ਨਹੀਂ ਮੈਂ ਐਸਾ ਸ਼੍ਰੇਣੀ ਨੂੰ ਗਿਆਨ ਦੇ ਸਕਦਾ। ਦੁਨੀਆ ਦੇ ਵਿੱਚ ਜ਼ਿਕਰ ਆਉਂਦਾ ਨਾ, ਗੁਰੂਆਂ ਦੀ ਵੱਖਰੀਆਂ ਸ਼੍ਰੇਣੀਆਂ ਨੇ, ਪਰ ਕਈ ਐਸੇ ਨੇ ਜਿਹੜੇ ਖਾਸ ਕੀੜੇ ਨੂੰ ਆਪਣੇ ਵਰਗਾ ਬਣਾਉਂਦੇ ਨੇ। ਫਿਰ ਜਿਹੜਾ ਦੀਪਕ ਗੁਰੂ ਹੈ ਉਹ ਕੀ ਕਰਦਾ ਹੈ? ਦੀਵੇ ਤੋਂ ਜਿਹੜਾ ਕੋਲ ਆਵੇਗਾ ਉਹਦਾ ਹੀ ਜਗ ਸਕਦਾ ਹੈ। ਪਾਰਸ ਦੀ ਗੱਲ ਆਉਂਦੀ। ਸੋ ਕਹਿਣ ਤੋਂ ਭਾਵ ਇਹ, ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਦੀਵਿਆਂ ਦਾ ਜ਼ਿਕਰ ਆਉਂਦਾ ਹੈ, ਐਸੇ ਗੁਰੂਆਂ ਦਾ ਜ਼ਿਕਰ ਆਉਂਦਾ, ਪਰ ਸਾਡੇ ਸਤਿਗੁਰੂ ਜੀ ਉਹ ਨੇ ਜਿਹੜੇ ਭਾਈ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੈ ਲਏ ਮਿਲਾਏ ਜੀਓ। ਸਾਡਾ ਗੁਰੂ ਉਹ ਹੈ ਜਿਹੜਾ ਸਾਰਿਆਂ ਨੂੰ ਆਪਣੀ ਗੋਦ ਵਿੱਚ ਲੈਂਦਾ ਹੈ ਔਰ ਸਾਰਿਆਂ ਦਾ ਭਲਾ ਚਾਹੁੰਦਾ ਹੈ। ਇਸ ਤਰ੍ਹਾਂ ਕਵੀ ਜੀ ਲਿਖਦੇ ਹਨ ਜੀ, ਗੋਰਖ ਬਲੋਕ ਤੇਰ ਔਦ ਹੈ ਵਧਾਈ ਬਾਦ ਕੋਰ ਚਾਵੇ ਨਹਿ ਮਾਨ ਕੋ ਨਿਵਾਰਿਆ। ਸਤਿਗੁਰੂ ਜੀ ਕਹਿਣ ਲੱਗੇ ਤੇਰੇ ਗੁਰੂ ਗੋਰਖ ਦੀ ਕੀ ਵਡਿਆਈ ਹੈ। ਕਹਿਣ ਲੱਗੇ ਸੁਣ ਲੈ, ਗੋਰਖ ਬਲੋਕਿਓ ਤੇਰੋ। ਪਾਤਸ਼ਾਹ ਕਹਿਣ ਲੱਗੇ ਤੇਰਾ ਗੋਰਖ ਅਸੀਂ ਦੇਖਿਆ, ਉਹਦੇ ਵਿੱਚ ਵਡਿਆਈ ਕੀ ਹੈ? ਕਹਿੰਦੇ ਔਧ ਹੈ ਵਧਾਈ ਬਾਦ। ਕਹਿੰਦੇ ਵੱਧ ਉਹਨੇ ਸਿਰਫ ਕੇਵਲ ਆਪਣੀ ਆਜੂ ਲੰਬੀ ਕੀਤੀ ਹੈ, ਆਪਣੀ ਜਿਹੜੀ ਹੈ ਉਮਰਾਂ ਲੰਬੀ ਕੀਤੀ ਹੈ। ਬਾਦ ਕੋ ਰਚਾਵੇ ਨਾ ਹੈ ਮਾਨ ਕੋ ਨਿਵਾਰੀ ਹੈ। ਕਹਿੰਦੇ ਅਸਲ ਗੱਲ ਇਹ ਹੈ ਕਿ ਉਹ ਝਗੜੇ ਕਰਦਾ ਹੈ। ਤੇਰਾ ਗੋਰਖ ਗੁਰੂ ਜਿਹੜਾ ਹੈ ਨਾ, ਉਹ ਝਗੜਿਆਂ ਵਿੱਚ ਪੈਂਦਾ, ਸੰਵਾਦ ਵਿੱਚ ਨਹੀਂ ਆਉਂਦਾ, ਗੋਸ਼ਟ ਵਿੱਚ ਨਹੀਂ ਆਉਂਦਾ। ਉਹਨੂੰ ਹੰਕਾਰ ਆਪਣੀ ਲੰਬੀ ਉਮਰ ਦਾ, ਉਹਨੂੰ ਹੰਕਾਰ ਆਪਣੇ ਅਧਿਆਤਮਿਕ ਗਿਆਨ ਦਾ। ਇਹ ਸਤਿਗੁਰੂ ਜੀ ਗੋਰਖ ਦੀ ਅਵਸਥਾ ਦੱਸਦੇ ਹਨ ਜੀ। ਖੋਇਓ ਨਿਜ ਗਿਆਨ ਕੈਸੇ ਦੇਹੋ ਗਤ ਦਾਨ, ਦੰਭ ਧਾਰੇ ਸਣ ਮਨ ਹਿਤ ਲੋਕਨ ਪੁਲਾਰਿਆ। ਸਤਿਗੁਰੂ ਜੀ ਕਹਿਣ ਲੱਗੇ ਖੋਇਓ ਨਿਜ ਗਿਆਨ। ਹੁਣ ਜਿਹੜੀ ਗਿਆਨ ਦੀ ਗੱਲ ਹੈ ਨਾ, ਗਿਆਨ ਇਹ ਨਹੀਂ ਕਿ ਸੰਸਾਰ ਵਿੱਚ ਗਿਆਨ ਨਹੀਂ ਹੈ, ਬੜਾ ਗਿਆਨ ਹੈ, ਪਰ ਜਿਹੜੇ ਗਿਆਨ ਨੇ ਸਾਨੂੰ ਹਰ ਜੀਵਨ ਵਿੱਚ ਸਫਲਤਾ ਬਖਸ਼ਣੀ ਹੈ, ਉਹ ਗੁਰੂ ਦਾ ਗਿਆਨ ਹੈ, ਉਹ ਗੁਰੂ ਦੀ ਮੱਤ ਹੈ, ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸਾਡੇ ਅੰਦਰ ਇੱਕ ਅਗਿਆਨਤਾ ਦਾ ਹਨੇਰਾ ਆ, ਸਾਡੇ ਅੰਦਰ ਕਰਮ ਕਾਂਡਾਂ ਦਾ ਹਨੇਰਾ, ਭਰਮਾਂ ਦਾ ਹਨੇਰਾ ਆ, ਜਿਹੜਾ ਸਤਿਗੁਰਾਂ ਨੇ ਸਿੱਧਾਂ ਨੂੰ ਵੀ ਦੱਸਿਆ ਸੀ ਕਿ ਸੰਸਾਰ ਵਿੱਚ
ਕੂੜ ਦੀ ਅਮਾਵਸ ਬਣੀ ਹੋਈ ਹੈ, ਝੂਠ ਦੀ। ਝੂਠ ਦਾ ਹਨੇਰਾ ਇੰਨਾ ਫੈਲਿਆ ਹੋਇਆ ਕਿ ਸੱਚ ਚੰਦਰਮਾ ਜਿਹੜਾ ਅਲੋਪ ਹੋ ਚੁੱਕਾ ਹੈ। ਖੋਇਓ ਨਿਜ ਗਿਆਨ। ਭਾਈ ਬਾਣੀ ਦੇ ਵਿੱਚ ਗਿਆਨ ਨੂੰ ਪ੍ਰਾਪਤ ਕਰਨਾ ਇਹ ਬਹੁਤ ਵੱਡੀ ਗੱਲ ਹੈ। ਜਹਾਂ ਗਿਆਨ ਤਹ ਧਰਮ ਹੈ, ਇਹ ਬਚਨ ਆਉਂਦੇ ਨੇ। ਗਿਆਨ ਅੰਜਨ ਦੀ ਗੱਲ ਆਉਂਦੀ ਹੈ, ਉੱਥੇ ਹੀ ਗਿਆਨ ਦੇ ਬਾਰੇ ਜਦੋਂ ਸਿੱਖਿਆ ਮਿਲਦੀ ਹੈ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਅਸਲੀ ਗਿਆਨ ਸਾਨੂੰ ਗੁਰੂ ਕੋਲੋਂ ਮਿਲਣਾ ਹੈ। ਐਵੇਂ ਨਹੀਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਕਹੇ ਸੀ, ਜੇ 100 ਚੰਦਾ ਉਗਵੈ ਸੂਰਜ ਚੜੇ, ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਇੰਨੀ ਰੋਸ਼ਨੀ ਵੀ ਹੋ ਜਾਏ, ਹਜ਼ਾਰਾਂ ਦੀ ਗਿਣਤੀ ਵਿੱਚ ਸੂਰਜ ਚੰਦਰਮੇ ਚੜ ਜਾਣ, ਪਰ ਮਨੁੱਖਤਾ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੇਵਲ ਗੁਰੂ ਦਾ ਗਿਆਨ ਹੀ ਦੂਰ ਕਰ ਸਕਦਾ ਹੈ। ਭਰਮਾਂ ਦਾ ਹਨੇਰਾ ਕੇਵਲ ਗੁਰੂ ਦੀ ਮੱਤ ਹੀ ਦੂਰ ਕਰ ਸਕਦੀ ਹੈ। ਇਸ ਕਰਕੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚੁਤਰਾਈ ਦੁਬਦਾ, ਇਹ ਫਲ ਨਾਹੀ ਜੀਓ ਮਨ ਰੇ, ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁ ਦੁਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਸਤਿਗੁਰੂ ਜੀ ਕਹਿਣ ਲੱਗੇ, ਗੋਰਖ ਨੇ ਨਿਜ ਗਿਆਨ ਨੂੰ ਖੋਹ ਦਿੱਤਾ ਹੈ, ਕੈਸੇ ਦੇਹੋ ਗਤ ਆਨ। ਕਹਿੰਦੇ ਸਾਨੂੰ ਕੀ ਉਹ ਗਤੀ ਦੇਵੇਗਾ। ਕਹਿੰਦੇ ਧਾਰੇ ਸਨਮਾਨ ਦੰਭ ਧਾਰੇ। ਗੋਰਖ ਨੇ ਦੰਭ ਧਾਰਨ ਕੀਤਾ। ਦੰਭ ਕੀ ਹੈ? ਪਖੰਡ। ਗੋਰਖ ਨੇ ਇੱਕ ਭੇਖ ਧਾਰਨ ਕੀਤਾ ਹੋਇਆ। ਕਾਹਦੇ ਵਾਸਤੇ ਕੀਤਾ? ਸਨਮਾਨ ਹਿਤ। ਕਾਹਦੇ ਵਾਸਤੇ ਧਾਰਨ ਕੀਤਾ? ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ, ਭਾਉ ਕੇ ਲੋਕੀ ਆਖਣ ਗੋਰਖ ਬੜਾ ਰੱਬ ਦਾ ਪਿਆਰਾ ਪੁੱਜਿਆ ਹੋਇਆ ਜੋਗੀ ਹੈ। ਕਹਿੰਦੇ ਗੋਰਖ ਨੇ ਜਿਹੜਾ ਦੰਭ ਧਾਰਨ ਕੀਤਾ, ਇਹਦਾ ਧਰਮ ਨਾਲ ਦੂਰ ਦਾ ਵਾਸਤਾ ਨਹੀਂ, ਇਹ ਕੇਵਲ ਤੇ ਕੇਵਲ ਸੰਸਾਰ ਵਿੱਚ ਆਪਣੀ ਪੂਜਾ ਕਰਾਉਣ ਵਾਸਤੇ ਧਾਰਨ ਕੀਤਾ। ਦੰਭ ਧਾਰੇ ਸਨਮਾਨ ਹਿਤ। ਬਹੁਤਿਆਂ ਦਾ ਸਾਡਾ ਭੇਖ ਵੀ ਜਿਹੜਾ ਆ ਨਾ, ਇਹ ਕੇਵਲ ਦੁਨੀਆ ਸਾਨੂੰ ਚੰਗਾ ਕਹਿਣ ਲੱਗ ਜਾਵੇ, ਦੁਨੀਆ ਸਾਨੂੰ ਨਮਸਕਾਰ ਕਰਨ ਲੱਗ ਜਾਵੇ। ਇਸੇ ਕਰਕੇ ਆਪਾਂ ਦੇਖਦੇ ਹਾਂ ਕਈਆਂ ਨੇ ਕਾਰੋਬਾਰ ਸਥਾਨਾਂ ਤੇ ਵੀ ਵੱਖ-ਵੱਖ ਰੱਬੀ ਪਿਆਰਿਆਂ ਦੀਆਂ ਫੋਟੋਆਂ ਰੱਖੀਆਂ ਹੁੰਦੀਆਂ ਨੇ। ਉਹ ਇੰਨਾ ਕੁ ਯਕੀਨ ਕਰਾਉਣ ਦਾ ਯਤਨ ਕਰਦੇ ਨੇ ਕਿ ਜਿਹੜਾ ਗ੍ਰਾਹਕ ਆਉਂਦਾ ਸਮਝ ਲਵੇ ਕਿ ਧਰਮੀ ਹੈ, ਸਾਡੇ ਤੇ ਭਰੋਸਾ ਕਰ ਲਵੇ। ਭਾਈ ਭਰੋਸਾ ਜਿਹੜਾ ਹੈ ਕੱਲਾ ਇਹਨਾਂ ਦੀਆਂ ਫੋਟੋਆਂ ਦੇ ਨਾਲ ਨਹੀਂ ਬਣਾਉਣਾ, ਆਪਣੇ ਕਿਰਦਾਰ ਕਰਕੇ, ਆਪਣੀ ਇਮਾਨਦਾਰੀ ਕਰਕੇ, ਆਪਣੇ ਸ਼ੁਭ ਕਰਮਾਂ ਕਰਕੇ, ਨਿਰਮਲ ਕਰਮਾਂ ਕਰਕੇ ਬਣਾਉਣਾ ਚਾਹੀਦਾ। ਜਿਹੜੇ ਕੱਲੇ ਚਿੰਨ੍ਹ ਧਾਰਨ ਕਰਕੇ ਧਰਮੀ ਹੋਣ ਦਾ ਦਿਖਾਵਾ ਕਰਦੇ ਸਨ, ਉਸ ਸਮੇਂ ਵਿੱਚ ਡੋਲਦੇ ਦੇਖੇ ਗਏ ਨੇ। ਜਿਹੜੇ ਲੋਕ ਉਹਨਾਂ ਦੇ ਪਿੱਛੇ ਲੱਗਦੇ ਸੀ ਉਹ ਰੋਂਦੇ ਦੇਖੇ ਗਏ ਨੇ। ਪਰ ਭਾਈ ਐਸਾ ਕੰਮ ਮੂਲੇ ਨਾ ਕੀਚੇ, ਜਿਤ ਅੰਤ ਪਛੋ ਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਇਹ ਵਾਲਾ ਕੰਮ ਕਰਨਾ ਚਾਹੀਦਾ। ਉਹਨਾਂ ਲੋਕਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਜਿਹੜੇ ਸਾਨੂੰ ਕੇਵਲ ਧੋਖੇ ਵਿੱਚ ਰੱਖਿਆ ਹੋਇਆ ਹੈ। ਸਾਡੇ ਬਹੁਤਿਆਂ ਦੇ ਪਹਿਰਾਵੇ, ਸਾਡੇ ਬਹੁਤਿਆਂ ਦੇ ਧਾਰਨ ਕੀਤੇ ਹੋਏ ਚਿੰਨ੍ਹ ਤੇ ਜਾਂ ਕਿਸੇ ਵਿਸ਼ੇਸ਼ ਪ੍ਰਕਾਰ ਦੇ ਵਸਤਰ ਜਿਹੜੇ ਨੇ, ਉਹ ਦੁਨੀਆ ਨੂੰ ਧੋਖਾ ਦੇਣ ਵਾਸਤੇ ਹੁੰਦੇ ਨੇ। ਜਿਹੜੇ ਅਸਲੀ ਰੱਬੀ ਪਿਆਰੇ ਹੁੰਦੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਨਾ ਦਿਖਾਵੇ ਦੀ ਲੋੜ ਹੈ, ਨਾ ਦੰਭ ਦੀ ਲੋੜ ਹੈ। ਉਹ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਜਦੋਂ ਭਾਈ ਲਹਿਣਾ ਜੀ ਦਾ ਮਿਲਾਪ ਹੋਇਆ, ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਵਰਗੇ ਕੋਈ ਵਿਸ਼ੇਸ਼ ਵਸਤਰ ਪਹਿਨੇ ਸੀ, ਕੋਈ ਵਿਸ਼ੇਸ਼ ਗੱਦੀ ਲਾ ਕੇ ਬੈਠੇ ਸੀ? ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜਾ ਅੱਜ ਕਿਸਾਨ ਸੰਘਰਸ਼ ਕਰ ਰਹੇ ਨੇ, ਉਹ ਖੇਤੀ ਦਾ ਕਾਰਜ ਕਰ ਰਹੇ ਸਨ। ਤੇ ਭਾਈ ਲਹਿਣਾ ਜੀ ਦਾ ਮਿਲਾਪ ਵੀ ਉੱਥੇ ਹੋਇਆ। ਭਾਈ ਲਹਿਣਾ ਜੀ ਉੱਥੇ ਹੀ ਸਤਿਗੁਰਾਂ ਜੀ ਨੂੰ ਮਿਲੇ ਨੇ। ਇਹ ਪਹਿਲੀ ਵਾਰ ਦੀ ਗੱਲ ਹੈ। ਜਦੋਂ ਦੂਸਰੀ ਵਾਰ ਆਏ ਨੇ ਨਾ,
ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਦੋਂ ਵੀ ਖੇਤਾਂ ਵਿੱਚ ਕੰਮ ਕਰ ਰਹੇ ਨੇ। ਫਿਰ ਇਹ ਜਿਹੜਾ ਪਹਿਰਾਵਾ, ਇਹ ਦੰਭ, ਇਹ ਭੇਖ ਜਿਹੜਾ ਆ, ਜੇ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਪਛਾਣ ਵਾਸਤੇ ਨਹੀਂ ਵਰਤਦੇ, ਸਾਨੂੰ ਵੀ ਚਾਹੀਦਾ ਹੈ। ਠੀਕ ਹੈ, ਜੇ ਪਹਿਨਿਆ ਤੇ ਇਹਦਾ ਗੁਣ ਵੀ ਹੋਣੇ ਚਾਹੀਦੇ ਨੇ। ਇਹ ਨਾ ਹੋਵੇ ਕਿ ਕੋਈ ਕਵੇ ਭੇਖ ਤੇ ਬੜਾ ਚੰਗਾ ਆ, ਨਿਰਾ ਬਗਲੇ ਵਰਗਾ ਆ। ਹੁਣ ਬਗਲੇ ਦੀ ਹਾਲਤ ਕੀ ਹੁੰਦੀ ਹੈ ਪੋਸ਼ਾਕ ਤੇ? ਉਹਦੀ ਵੀ ਚਿੱਟੀ ਰਹਿੰਦਾ ਤੇ ਉਹ ਵੀ ਤੀਰਥਾਂ ਤੇ ਆ, ਪਰ ਉਹਦੀ ਬਿਰਤੀ ਹੁੰਦੀ ਪਾਣੀ ਵਿੱਚ। ਕਹਿੰਦੇ ਜਦੋਂ ਖਲੋਂਦਾ ਇੱਕ ਲੱਤ ਭਾਰ ਖਲੋਂਦਾ ਆ। ਬਗਲਾ ਜਿਹੜਾ ਆ ਨਾ, ਜਦੋਂ ਪਾਣੀ ਵਿੱਚ ਖੜਦਾ ਆ ਨਾ, ਇੱਕ ਲੱਤ ਦੇ ਭਾਰ ਖਲੋਂਦਾ ਆ। ਕਈ ਕਹਿੰਦੇ ਅੱਖਾਂ ਵੀ ਬੰਦ ਕਰ ਲੈਂਦਾ, ਇੰਜ ਲੱਗਦਾ ਜਿਵੇਂ ਭਗਤੀ ਕਰ ਰਿਹਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ, ਬੱਗਾ ਬੱਗੇ ਕੱਪੜੇ ਤੀਰਥ ਮੰਝ, ਵਸਨ ਘੁੱਟ ਘੁੱਟ ਜੀਆ ਖਾਵਣੇ, ਬੱਗੇ ਨਾ ਕਹੀ ਅੰਨ। ਕਈ ਲੋਕ ਜਿਹੜੇ ਨੇ ਉਹ ਸੰਸਾਰ ਨੂੰ, ਦੇਸ਼ ਨੂੰ, ਜਾਂ ਕਹਿ ਲਈਏ ਹਾਕਮ ਲੋਕ ਵੀ ਕਈ ਤਰ੍ਹਾਂ ਦੇ ਬਾਣੇ ਧਾਰਨ ਕਰਕੇ, ਭੀਖ ਧਾਰਨ ਕਰਕੇ ਕਈ ਵਾਰੀ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਧਰਮੀ ਹੋਣ ਦਾ ਦਿਖਾਵਾ ਕਰਨ ਦਾ ਯਤਨ ਕਰਦੇ ਨੇ, ਪਰ ਹੁੰਦੇ ਨਹੀਂ। ਕਈ ਲੋਕ ਐਸੀਆਂ ਕੰਪਨੀਆਂ ਚਲਾ ਲੈਂਦੇ ਨੇ ਤੇ ਬਾਅਦ ਵਿੱਚ ਦੁਨੀਆ ਨੂੰ ਜਦੋਂ ਉਹਨਾਂ ਦੀ ਅਸਲੀਅਤ ਦਾ ਪਤਾ ਲੱਗਦਾ ਹੈ, ਇਹ ਤੇ ਸਾਡੀ ਸਿਹਤ ਨਾਲ ਖਿਲਵਾੜ ਕਰਦੇ ਨੇ। ਭਾਈ ਉਹਨਾਂ ਤੋਂ ਸੁਚੇਤ ਹੋਣਾ ਚਾਹੀਦਾ। ਕਿਸੇ ਦੀਆਂ ਗੱਲਾਂ, ਕਿਸੇ ਦੇ ਪਹਿਰਾਵੇ ਵਿੱਚ ਨਹੀਂ ਆਉਣਾ ਚਾਹੀਦਾ। ਉਹਦਾ ਜੀਵਨ ਦੇਖੋ, ਉਹਨਾਂ ਦੇ ਜੀਵਨ ਨੂੰ ਦੇਖਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੁੰਦਾ ਭਾਈ ਲਹਿਣੇ ਦਾ ਖੇਤਾਂ ਦੇ ਵਿੱਚ ਹੁੰਦਾ ਆ। ਭਾਈ ਲਹਿਣਾ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਨਦੀਨ ਕੱਢਦੇ ਨੇ ਖੇਤਾਂ ਵਿੱਚੋਂ। ਭਾਈ ਗੁਰੂ ਨੇ ਆਪ ਖੇਤੀ ਕੀਤੀ ਹੈ। ਸੋ ਸਤਿਗੁਰੂ ਜੀ ਆਖਦੇ, ਦੰਭ ਧਾਰੇ ਸਨਮਾਨ ਹਿਤ। ਇਹ ਗੋਰਖ ਤੇਰੇ ਗੁਰੂ ਨੇ ਜਿਹੜਾ ਭੇਖ ਧਾਰਨ ਕੀਤਾ, ਇਹ ਕੇਵਲ ਨਿੱਜੀ ਪ੍ਰਭਤਾ ਵਾਸਤੇ ਕਿ ਲੋਕ ਆਖਣੇ ਬੜਾ ਵੱਡਾ ਪੁੱਜਿਆ ਹੋਇਆ ਜੋਗੀ ਹੈ। ਲੋਕੀ ਭੇਟਾਵਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਤੇਰਾ ਭੇਖ ਕੱਲਾ ਦੁਨੀਆ ਨੂੰ ਠੱਗਣ ਵਾਸਤੇ ਆ, ਧੋਖੇ ਵਿੱਚ ਰੱਖਣ ਵਾਸਤੇ। ਲੋਕਾਂ ਨੂੰ ਭੁਲਾਰਿਆ, ਕਹਿੰਦੇ ਕੇਵਲ ਤੂੰ ਲੋਕਾਂ ਦੇ ਅੰਦਰ ਇੱਕ ਦਿਖਾਵਾ ਕਰ ਰਿਹਾ। ਕਹਿੰਦੇ ਜਿਹੜੇ ਰੱਬੀ ਪਿਆਰੇ ਹੁੰਦੇ ਨੇ, ਉਹਨਾਂ ਨੂੰ ਡੇਰੇ ਬਣਾ ਕੇ ਬੈਠਣ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਕੋਈ ਖਾਸ ਜਗ੍ਹਾ ਬਣਾ ਕੇ ਬੈਠਣ ਦੀ ਲੋੜ ਨਹੀਂ ਹੁੰਦੀ। ਉਹਦੇ ਜਿੱਥੇ ਬੈਠ ਜਾਣ ਉੱਥੇ ਹੀ ਸਭ ਕੁਝ ਹਰਿਆ ਭਰਿਆ ਹੋ ਜਾਂਦਾ ਹੈ। ਗੁਰੂ ਨਾਨਕ ਦਾ ਕਦੇ ਸਫ਼ਰ ਪੜ੍ਹਿਓ ਤੇ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੋਂ ਅੱਗੇ ਚੀਨ ਤੱਕ ਜਾਣਗੇ ਕਿ ਇੱਕ ਪੈਦਲ ਕਿੰਨਾ ਵੱਡਾ ਸਫ਼ਰ ਜਿਹੜਾ ਸਤਿਗੁਰਾਂ ਨੇ ਕੀਤਾ ਹੈ। ਉਹਨਾਂ ਨੇ ਖੇਤੀ ਵੀ ਕੀਤੀ, ਨੌਕਰੀ ਵੀ ਕੀਤੀ, ਦੁਕਾਨਦਾਰੀ ਵੀ ਕੀਤੀ ਹੈ, ਸਾਰੇ ਕਾਰਜ ਕੀਤੇ ਨੇ, ਸਾਡੇ ਵਾਸਤੇ ਪੂਰਨੇ ਪਾਏ ਹਨ। ਲੋਕਨ ਭੁਲਾਰੀਏ, ਕਹਿੰਦੇ ਗੋਰਖ ਤੇਰਾ ਭੇਖ ਦੁਨੀਆ ਨੂੰ ਧੋਖਾ ਦੇਣ ਵਾਸਤੇ, ਭੁਲੇਖੇ ਵਿੱਚ ਰੱਖਣ ਵਾਸਤੇ ਹੈ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਕਾਨ ਕੋ ਛਿਦਾਏ ਮੁੰਦਾ ਫਟਕ ਬਣਾਏ, ਸੇਲੀ ਅੰਗ ਹੂੰ ਮੈਂ ਪਾਏ, ਭੇਖ ਦੰਭ ਕੇ ਨਿਦਾਨ ਹੋ। ਫਿਰ ਹੁਣ ਗੋਰਖ ਦਾ ਚੇਲਾ ਭੰਗਰਨਾਥ ਕਹਿਣ ਲੱਗਾ, ਮੇਰੇ ਗੁਰੂ ਨੂੰ ਧਾਰਨ ਕਰਨਾ ਹੈ। ਕਾਨ ਕੋ ਸਦਾਏ ਮੁੰਦਾ ਫਟਕ ਬਣਾਏ, ਸੇਲੀ ਅੰਗ ਹੋ ਮੈਂ ਪਾਏ, ਭੇਖ ਦੰਭ ਕੇ ਨਿਦਾਨ ਹੋ। ਇਹ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਭਸਮ ਲਗਾਏ ਪਟ ਭਗਵੇ ਰੰਗਾਏ, ਚੋਲੀ ਕੀਨੀ ਸਵਾਏ ਨੇ ਜਮਾਨਤ ਮਹਾਨ ਹੋ। ਪਾਤਸ਼ਾਹ ਜੀ ਉਹਨੂੰ ਆਖ ਰਹੇ ਨੇ, ਤੇਰੇ ਗੁਰੂ ਨੇ ਕੀਤਾ ਕੀ ਹੈ? ਕਾਨ ਕੋ ਸਦਾਏ, ਕੰਨਾਂ ਦੇ ਵਿੱਚ ਸੇਕ ਕਰਾ ਲਏ ਨੇ। ਫਿਰ ਹੋਇਆ ਕਿ ਇਹਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ ਨੇ। ਸੇਲੀ ਅੰਗ ਹੋ ਮੈਂ ਪਾਏ, ਸੇਲੀ ਧਾਰਨ ਕਰ ਲਈ ਹੈ। ਭੇਖ ਦੰਭ ਕੋ ਨਿਧਾਨ ਹੈ, ਕਹਿੰਦੇ ਜਿਹੜਾ ਇਹਦਾ ਭੇਖ ਧਾਰਨ ਕੀਤਾ ਇਹ ਦੰਭ ਪਖੰਡ ਹੈ। ਪਾਤਸ਼ਾਹ ਜੀ ਆਖਦੇ ਜਿਹੜੀ ਰੱਬ ਨੇ ਸਾਨੂੰ ਸਕਲ ਸੂਰਤ ਦਿੱਤੀ ਹੈ, ਭਾਈ ਜੀ ਇਹਨੂੰ ਆਪਾਂ ਸਾਬਤ ਸੂਰਤ ਨਹੀਂ ਰੱਖਦੇ, ਫਿਰ ਆਪਾਂ ਰੱਬ ਦੀ ਰਜ਼ਾ ਵਿੱਚ ਨਹੀਂ ਚੱਲਦੇ। ਇਹ ਜਿਹੜੀ ਇਹਨੂੰ ਇਸੇ ਕਰਕੇ ਗੁਰਮਤਿ ਦੇ ਵਿੱਚ ਸੇਦਕ ਗਹਿਣਾ ਪਾਉਣਾ ਮਨਾ ਕੀਤਾ ਹੈ, ਜਿਹੜਾ ਗੁਲਾਮੀ ਦੀ ਵੀ ਨਿਸ਼ਾਨੀ ਹੈ, ਜਿਹੜਾ ਸਾਡੇ ਪਰਮੇਸ਼ਰ ਤੇ ਭਰੋਸੇ ਨੂੰ ਤੋੜਦਾ ਹੈ। ਇਹਦਾ ਭਾਵ ਹੈ ਕਿ ਸਾਨੂੰ ਰੱਬ ਨੇ ਜੋ ਸਰੀਰ ਬਣਾਇਆ ਉਹ ਚੰਗਾ ਨਹੀਂ ਬਣਾਇਆ, ਅਸੀਂ ਉਹਨੂੰ ਜ਼ਿਆਦਾ ਚੰਗਾ ਬਣਾਉਣਾ ਚਾਹੁੰਦੇ ਹਾਂ। ਨਹੀਂ ਭਾਈ, ਪਰਮੇਸ਼ਰ ਨੇ ਤੁਹਾਡੇ ਤੇ ਬੜੀ ਰੀਝ ਲਾਈ ਹੈ।
ਤੁਹਾਡਾ ਇੱਕ ਇੱਕ ਰੋਮ ਬੜੇ ਪਿਆਰ ਦੇ ਨਾਲ ਉਹਨੇ ਪੈਦਾ ਕੀਤਾ ਆ। ਸਾਡਾ ਫਰਜ਼ ਨਹੀਂ ਬਣਦਾ ਕਿ ਆਪਾਂ ਇਸ ਸੂਰਤ ਨੂੰ ਵਿਗਾੜੀਏ। ਸੋ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਹਨ ਜੀ, ਭਸਮ ਲਗਾਏ ਪਟ ਭਗਵੇ ਰਜਾਏ ਝੋਲੀ, ਲੀਨੀ ਹੈ ਸਵਾਹੇ ਨਿਜ ਮਾਨਤ ਮਹਾਨ ਹੋ। ਪਾਤਸ਼ਾਹ ਕਹਿਣ ਲੱਗੇ ਤੁਹਾਡਾ ਜੀਵਨ ਕੀ ਹੈ? ਸਰੀਰ ਤੇ ਸਵਾਹ ਮਲ ਲੈਣੀ, ਕੱਪੜੇ ਭਗਵੇ ਪਾ ਲੈਣੇ, ਜੇ ਪਾਉਣੇ ਤੇ ਭਗਵੇਂ ਪਾਉਣੇ, ਨਹੀਂ ਤੇ ਸਵਾਹ ਮਲ ਲੈਣੀ। ਕਹਿੰਦੇ ਵਿਸ਼ੇਸ਼ ਤਰ੍ਹਾਂ ਦੀ ਚੋਲੀ ਪਹਿਨਣੀ, ਸਵਾਏ ਨਿਜ ਮਾਨਤ ਮਹਾਨ ਹੋ। ਤੁਸੀਂ ਆਪਣੇ ਆਪ ਵਿੱਚ ਹੀ ਮਹਾਨ ਬਣੇ ਹੋਏ ਹੋ। ਗੁਰਮਤਿ ਦਾ ਸਿਧਾਂਤ ਲਿਬਾਸ ਪ੍ਰਤੀ ਸਪਸ਼ਟ ਹੈ। ਬਾਬਾ ਹੋਰ ਪਹਿਨਦਾ, ਭਾਵ ਕਿ ਜਿਹੜਾ ਹੋਰ ਪਹਿਨਣਾ ਜਿਹੜਾ ਆ, ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਸਾਡਾ ਲਿਬਾਸ ਤੇ ਕੋਈ ਪਾਬੰਦੀ ਨਹੀਂ, ਪਰ ਇਹੋ ਜਿਹਾ ਲਿਬਾਸ ਵੀ ਨਾ ਹੋਵੇ ਜਿਹਨੂੰ ਦੇਖ ਕੇ ਕਿਸੇ ਦੇ ਮਨ ਵਿੱਚ ਵਿਕਾਰ ਪੈਦਾ ਹੋਣ, ਜਾਂ ਅਸੀਂ ਸੰਸਾਰ ਆਪਣੇ ਸਮਾਜ ਵਿੱਚ ਕਿਸੇ ਦੇ ਸ਼ਿਕਾਰ ਹੋਈਏ, ਜਾਂ ਕੋਈ ਆਖੇ ਨੇ ਗਲਤ ਪਹਿਰਾਵਾ ਪਹਿਨਿਆ। ਭਾਵੇਂ ਕਿ ਆਪੋ ਆਪਣੇ ਦੇਸ਼ ਦੀ ਭੂਗੋਲਿਕ ਸਥਿਤੀ ਅਨੁਸਾਰ ਅਸੀਂ ਆਪਣਾ ਬਾਹਰ ਦਾ ਪਹਿਰਾਵਾ ਜਿਹੜਾ ਉਹ ਪਹਿਨ ਸਕਦੇ ਹਾਂ, ਕੋਈ ਮਨਾਹੀ ਨਹੀਂ। ਪਰ ਪਹਿਰਾਵੇ ਜਿਹੜਾ ਆ ਗੁਰਮਤਿ ਵਿੱਚ ਖਾਣਾ ਵੱਖ ਵੱਖ ਤਰੀਕਿਆਂ ਦਾ, ਭਾਵ ਇਹ ਕਿ ਇਹ ਹਰ ਚੀਜ਼ ਨੂੰ ਨਿਸ਼ਚਿਤ ਕੀਤਾ ਗਿਆ, ਪਰ ਇੱਥੇ ਕੋਈ ਪਾਬੰਦੀ ਨਹੀਂ ਲਾਈ ਕਿ ਤੁਸੀਂ ਪੈਂਟ ਨਹੀਂ ਪਾਉਣੀ, ਤੁਸੀਂ ਆਹ ਕੱਪੜਾ ਨਹੀਂ ਪਾਉਣਾ। ਇਹ ਤੁਸੀਂ ਪਾ ਸਕਦੇ ਹੋ, ਪਰ ਤੁਹਾਡਾ ਇਹ ਤਨ ਨੂੰ ਢੱਕਣ ਵਾਸਤੇ ਹੈ। ਤਨ ਢੱਕਿਆ ਹੋਣਾ ਚਾਹੀਦਾ, ਸਾਦਾ ਲਿਬਾਸ ਹੋਣਾ ਚਾਹੀਦਾ। ਬਹੁਤੇ ਮਹਿੰਗੇ ਜਿਹੜੇ ਆਪਾਂ ਪਾ ਕੇ ਦਿਖਾਵਾ ਕਰਦੇ ਭਾਈ, ਉਹਦੇ ਨਾਲ ਆਪਾਂ ਦੇਖੀਏ ਜੇ ਸਾਡੇ ਆਸ-ਪਾਸ ਕੋਈ ਭੁੱਖਾ ਸੌਂਦਾ ਆ, ਕੋਈ ਕਿਸੇ ਕੋਲ ਉੱਪਰ ਲੈਣ ਵਾਸਤੇ ਰਜਾਈ ਨਹੀਂ, ਜੇ ਸਾਡੀ ਇਸ ਧਰਤੀ ਤੇ ਆ ਕੇ ਉਹ ਰੱਬੀ ਪਿਆਰੇ ਜਿਹੜੇ ਅੰਨਦਾਤੇ ਧਰਤੀ ਦੇ ਲੇਟਦੇ ਹੋਣ, ਅਸੀਂ ਮਖਮਲੀ ਗੱਦਿਆਂ ਤੇ ਸੋਈਏ, ਉਹ ਸਾਡੇ ਵਾਸਤੇ ਵੀ ਚੰਗਾ ਨਹੀਂ। ਭਾਵ ਇਹ ਕਿ ਜੇ ਸਾਡੇ ਲਾਗੇ ਇੱਕ ਮਨੁੱਖ ਕੋਲ ਖਾਣ ਵਾਸਤੇ ਭੋਜਨ ਨਹੀਂ, ਅਸੀਂ 37 ਪ੍ਰਕਾਰ ਦੇ ਭੋਜਨ ਆਪਣੇ ਟੇਬਲ ਤੇ ਰੱਖ ਕੇ ਬੈਠੇ ਹੋਈਏ, ਇਸ ਅਸਮਾਨਤਾ ਜਿਹੜੀ ਇਹਨੂੰ ਗੁਰੂ ਨੇ ਪ੍ਰਵਾਨ ਨਹੀਂ ਕੀਤਾ ਭਾਈ। ਸੋ ਐਸਾ ਜੀਵਨ ਹੋਵੇ ਜਿੱਥੇ ਆਪਾਂ ਰਹੀਏ, ਜਿਹੜੇ ਸਮਾਜ ਵਿੱਚ ਰਹੀਏ। ਜੇ ਕੋਈ ਸਾਡੇ ਕੋਲ ਮਹਿਮਾਨ ਆਇਆ, ਭਾਵੇਂ ਕੋਈ ਕਿਸੇ ਤਰ੍ਹਾਂ ਆਇਆ, ਜੇ ਸਾਡੀ ਧਰਤੀ ਤੇ ਆਇਆ, ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਸੇਵਾ ਹੋਵੇ, ਯਤਨ ਹੋਵੇ। ਉਹ ਵੀ ਸਾਡੇ ਮਾਤਾ ਪਿਤਾ ਨੇ, ਬਜ਼ੁਰਗ ਨੇ, ਬੱਚੇ ਨੇ, ਆਪਣੇ ਸਮਝੀਏ। ਬੰਦਾ ਸਿੰਘ ਬਹਾਦਰ ਨੇ ਇਹ ਗੱਲ ਕਹੀ ਸੀ ਨਾ, ਬਾਦਸ਼ਾਹ ਪੁਰਖਸ਼ੀਅਰ ਨੂੰ, ਕਹਿੰਦੇ ਤੇ ਮੇਰਾ ਪੁੱਤਰ ਹੈ, ਮੇਰੇ ਹੱਥ ਵਿੱਚ ਤੁਸੀਂ ਸੁਰਾ ਦਿੱਤਾ ਆ। ਕਹਿੰਦੇ ਜੇ ਤੇਰਾ ਪੁੱਤਰ, ਤੂੰ ਮੇਰਾ ਦੁਸ਼ਮਣ ਆ, ਤੇਰਾ ਪੁੱਤਰ ਵੀ ਮੇਰੀ ਗੋਦੀ ਵਿੱਚ ਆ ਜਾਵੇ, ਛੁਰਾ ਮੇਰੇ ਹੱਥ ਵਿੱਚ ਹੋਵੇ, ਮੈਂ ਆਜ਼ਾਦ ਹੋਵਾਂ, ਕਹਿੰਦੇ ਮੈਨੂੰ ਮਾਰਾਂਗਾ ਨਹੀਂ, ਇਹਨੂੰ ਮੈਂ ਬੱਚਿਆਂ ਵਾਂਗ ਪਿਆਰ ਕਰਾਂਗਾ। ਭਾਈ ਸਾਡੇ ਸਿਧਾਂਤ ਇਹ ਨੇ। ਬਜ਼ੁਰਗ ਭਾਵੇਂ ਕਿਸੇ ਧਰਤੀ ਦਾ ਹੋਵੇ, ਭਾਵੇਂ ਕਿਸੇ ਸਟੇਟ ਦਾ, ਕਿਸੇ ਦੇਸ਼ ਦਾ ਹੋਵੇ, ਸਾਡਾ ਫਰਜ਼ ਬਣਦਾ ਹੈ ਕਿ ਬਿਰਧ ਪਿਆ ਉੱਪਰ ਸਾਕ ਸੈਨ। ਜੇ ਆਪਾਂ ਬੱਚੇ ਖਵਾਉਣੇ ਜਵਾਨ ਆ, ਤੇ ਸਾਡੇ ਬਜ਼ੁਰਗ ਧਰਤੀ ਤੇ ਭੁੰਜੇ ਸੌਂਦੇ ਹੋਣ ਤੇ ਉਹਨਾਂ ਨੂੰ ਰਜਵਾਂ ਭੋਜਨ ਨਾ ਮਿਲੇ, ਤੇ ਸਾਡਾ ਜੀਵਨ ਕੋਈ ਸਫਲਾ ਨਹੀਂ ਹੈ। ਭਾਵੇਂ ਇਹ ਘਰ ਦੀ ਗੱਲ ਹੋਵੇ, ਭਾਵੇਂ ਸਾਡੇ ਸਮਾਜ ਦੀ ਹੋਵੇ। ਸੋ ਇਹੋ ਜਿਹੇ ਜਦੋਂ ਆਪਾਂ ਇਹੋ ਜਿਹੀ ਬਰਾਬਰਤਾ ਕਰਾਂਗੇ, ਅਸਮਾਨਤਾ ਵਿੱਚ ਵਿਚਰਾਂਗੇ। ਕਵੀ ਜੀ ਲਿਖਦੇ, ਸਤਿਗੁਰੂ ਜੀ ਕਹਿਣ ਲੱਗੇ, ਜੋਗੀ ਭਸਮ ਲਗਾਏ, ਕਹਿੰਦੇ ਕੀ ਵਡਿਆਈ ਆਪਣੇ ਸਰੀਰ ਤੇ ਸਵਾਹ ਮਲ ਰਹੀ ਹੈ। ਹੁਣ ਜਦੋਂ ਕਲਗੀਧਰ ਪਿਤਾ ਜੀ ਨੂੰ ਪੜ੍ਹੋਗੇ ਨਾ, ਉਹ ਆਖਦੇ ਨੇ ਜਿਹੜੇ ਭਸਮ ਲਗਾਉਂਦੇ ਨੇ ਨਾ, ਉਹਨਾਂ ਨੂੰ ਕਿਹਦੀ ਵਡਿਆਈ ਦਿੱਤੀ ਜਾ ਸਕਦੀ ਹੈ। ਕਈ ਐਸੇ ਜਾਨਵਰ ਨੇ, ਖੋਤੇ ਵਰਗੇ, ਜਿਹੜੇ ਧਰਤੀ ਤੇ ਲੇਟਦੇ ਨੇ, ਖੇਚ ਲੇਟਦੇ ਨੇ, ਕਹਿੰਦੇ ਉਹਨਾਂ ਦੀ ਵਡਿਆਈ ਦੇ ਦੇਣੀ ਚਾਹੀਦੀ ਹੈ। ਜਿਹੜੇ ਆਖਦੇ ਅਸੀਂ ਨੰਗੇ ਪੈਰੀ ਰਹਿੰਦੇ ਹਾਂ, ਕਹਿੰਦੇ ਉਹਨਾਂ ਨੂੰ ਬਾਂਦਰਾ ਸਦੀਪ ਪਾਏ ਨਾਂਗੇ ਫਿਰਦੇ, ਉਹਨਾਂ ਦੀ ਵਡਿਆਈ ਦੇ ਦੇਣੀ ਚਾਹੀਦੀ ਹੈ। ਸਤਿਗੁਰੂ ਜੀ ਉਹਨਾਂ ਦੁਆਰਾ ਦੁਨੀਆ ਨੂੰ ਧੋਖਾ ਦੇਣ ਵਾਲੇ ਜਿੰਨੇ ਕਰਮ ਕਾਂਡ ਨੇ, ਜਿਹੜੇ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ, ਉਹਨਾਂ ਤੋਂ ਵਰਜ ਰਹੇ ਨੇ ਕਿ ਅਸੀਂ ਇੱਕ ਸੋਹਣੇ ਸਮਾਜ ਵਿੱਚ ਰਹਿਣਾ, ਸੋਹਣੀ ਤਰ੍ਹਾਂ ਰਹਿਣਾ ਹੈ। ਆਪਣੇ ਤਨ ਨੂੰ ਸਵਾਰਨਾ ਸਾਡਾ ਫਰਜ਼ ਹੈ, ਸੋਹਣੇ ਬਸਤਰ ਪਾਉਣੇ ਸਾਡਾ ਫਰਜ਼ ਹੈ, ਸੋਹਣਾ ਭੋਜਨ ਖਾਣਾ ਸਾਡਾ ਫਰਜ਼ ਹੈ। ਪਰ ਇੰਨਾ ਕੁ ਖਿਆਲ ਰੱਖਿਆ ਜਾਵੇ ਕਿ ਸਾਡੇ ਨੇੜੇ ਘਰ ਦੇ ਕੋਈ ਬੱਚਾ ਨੰਗੇ ਪੈਰ ਨਾ ਹੋਵੇ,
ਭਾਵ ਉਹਦੇ ਕੋਲ ਬਸਤਰ ਨਾ ਹੋਣ ਜਾਂ ਭੁੱਖਾ ਨਾ ਹੋਵੇ, ਇੰਨਾ ਕੁ ਖਿਆਲ ਆਪਾਂ ਵੀ ਰੱਖਣਾ ਹੈ। ਕਹਿੰਦੇ ਪਟ ਭਗਵੇਂ ਰੰਗਾਏ ਚੋਲੀ ਲੀਨੀ ਹੈ ਸਵਾਏ ਨੇ ਜਮਾਨਤ ਮਹਾਨ ਹੋ। ਕਹਿੰਦੇ ਕੱਲਾ ਭਸਮ ਲਗਾ ਕੇ ਭਗਵੇਂ ਕੱਪੜੇ ਪਾ ਕੇ ਕੋਈ ਮਹਾਨ ਨਹੀਂ ਬਣ ਜਾਂਦਾ ਜੇ ਉਹ ਮਹਾਨਤਾ ਵਾਲੇ ਕੰਮ ਨਹੀਂ ਕਰਦਾ, ਕਿਉਂਕਿ ਗੁਰੂ ਨੇ ਇਸੇ ਕਰਕੇ ਆਖਿਆ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਭਾਈ ਸ਼ੁਭ ਅਮਲ ਹੋਣੇ ਚਾਹੀਦੇ ਨੇ, ਔਰ ਇਹ ਭਰੋਸਾ, ਇਹ ਅਰਦਾਸ ਕਰਨੀ ਚਾਹੀਦੀ ਹੈ, ਦੇਸ਼ ਵਾਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੋ। ਚੰਗੇ ਕੰਮ ਤੋਂ ਕਦੇ ਡਰਨਾ ਨਹੀਂ ਚਾਹੀਦਾ। ਹੋਈਆਂ ਭੁੱਲਾਂ ਸੰਗਤਾਂ ਸਤਿਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ।